ਸਕੂਲ ਵਾਲਿਆਂ ਨੇ ਇਦਾਂ ਹੀ ਨਾ ਰੱਖਿਆ ਕਿ ਬਿਕਾਜ਼ ਸੇਂਟ ਜੋਸਫ ਬॉयਜ਼ ਸਕੂਲ ਸੀਗਾ ਤੇ ਕੁੜੀਆਂ ਵਾਲਾ ਡਾਂਸ ਕੌਰ ਕਰ ਸਕਦਾ ਹੈਗਾ ਐਂਡ ਦੈਨ ਦੇ ਵਰ ਲਾਈਕ आई सेड आई विल डू इट मैं करता हूँ मुझे कोई प्रॉब्लम नहीं है मेरे को प्लेटफॉर्म दो मैं करने को तैयार हूँ आई विल डू इट ਪਹਿਲੇ 2-3 ਮਹੀਨੇ ਇਦਾਂ ਦੇ ਸੀਗੇ ਕਿ ਮੈਨੂੰ ਮੇਰੇ ਕੋਲ ਕਿਰਾਇਆ ਵੀ ਨਹੀਂ ਕੱਢਿਆ ਜਾਂਦਾ ਸੀਗਾ ਅੱਛਾ ਐਂਡ ਮੇਰੇ ਕੋਲੋਂ ਮਤਲਬ ਸਟਾਫ ਰੱਖਿਆ ਹੋਇਆ ਸੀਗਾ ਸਟਾਫ ਦਾ ਕਿਰਾਇਆ ਵੀ ਨਹੀਂ ਕੱਢਿਆ ਜਾਂਦਾ ਸੀਗਾ जी सर ਤੇ ਅਗਰ ਮੈਂ ਅੱਜ ਮੈਂ ਕਹਾਂ ਕਿ ਮੈਂ ਸਾਰੇ ਡਾਂਸ 'ਚ ਪਰਫੈਕਟ ਹਾਂ ਤੇ ਮੈਂ ਕਹਾਂਗਾ ਮੈਂ ਗਲਤ ਹਾਂ ਮੈਂ ਸਿੱਖ ਰਿਹਾ ਤੇ ਸਿੱਖਦਾ ਰਵਾਂਗਾ ਆਪਣੇ ਅਖੀਰਲੇ ਸਾਹ ਤੱਕ ਸਿੱਖਦਾ ਰਵਾਂਗਾ ਬਿਕਾਜ਼ ਸਿੱਖਣਾ ਕਦੇ ਨਹੀਂ ਮੁੱਕਦਾ ਬਿਕਾਜ਼ ਲੋਕੀ ਕਹਿੰਦੇ ਸੀ ਕਿ ਕੁੜੀਆਂ ਵਾਲਾ ਕੰਮ ਹੈ ਕਿਹੜੇ ਕੰਮਾਂ 'ਚੋਂ ਕੰਮ ਹੈ ਇਟਸ ਨਾਟ ਅ ਡਿਗਨੀਫਾਈਡ ਜੌਬ ਤੇ ਉਹੀ ਜਿਹੜੇ ਲੋਕਾਂ ਨੇ ਜੋ ਕੁਝ ਕਿਹਾ ਸੀਗਾ ਮੈਂ ਅੱਜ ਉਹਨਾਂ ਨੂੰ ਨਮਨ ਕਰਨਾ ਉਹਨਾਂ ਨੇ ਹੀ ਮੈਨੂੰ ਹਿੰਮਤ ਦਿੱਤੀ ਕਿ ਗਗਨ ਤੂੰ ਬਹੁਤ ਕੁਝ ਕਰਨਾ ਆਪਣੀ ਜ਼ਿੰਦਗੀ 'ਚ ਤੇ ਅੱਜ ਅਜਿਹਾ ਟਾਈਮ ਹੈ ਜਿਨ੍ਹਾਂ ਨੇ ਮਜ਼ਾਕ ਵੀ ਕੀਤੇ ਹਨ ਜਿਨ੍ਹਾਂ ਨੇ ਨਹੀਂ ਵੀ ਕੀਤੇ ਅੱਜ ਉਹੀ ਲੋਕੀ ਨੇ ਜਿਹੜੇ ਮੇਰੇ ਤੋਂ ਰਿਬਨ ਕਟਵਾਉਂਦੇ ਨੇ ਜਾਂ ਮੈਨੂੰ ਚੀਫ ਗੈਸਟ ਬੁਲਾਉਂਦੇ ਨੇ ਜਾਂ ਮੈਨੂੰ ਜੱਜ ਬੁਲਾਉਂਦੇ ਨੇ ਇੱਕ ਬੜਾ ਅਹਿਮ ਸਵਾਲ ਹੈ ਸਰ ਜਿਹੜਾ ਮੇਰੇ ਮਨ 'ਚ ਆ ਰਿਹਾ ਹੈ ਕਿ ਬਹੁਤ ਸਾਰੇ ਡਾਂਸ ਕੰਪੀਟੀਸ਼ਨਸ ਤਾਂ ਹੁੰਦੇ ਨੇ ਔਰ ਨੈਸ਼ਨਲ ਲੈਵਲ ਤੇ ਹੋ ਰਹੇ ਨੇ ਟੀਵੀ ਚੈਨਲਸ ਤੇ ਆਉਂਦੇ ਨੇ ਪਰ ਕੀ ਲੱਗਦਾ ਹੈ ਤੁਹਾਨੂੰ ਕਿ ਜਿੰਨੇ ਵੀ ਹਜੇ ਤੱਕ ਦੇ ਪਾਰਟਿਸਿਪੈਂਟਸ ਨਿਕਲੇ ਹੋਏ ਆ ਉਹਨਾਂ ਦੇ ਵਿੱਚੋਂ ਵਿਨਰਸ ਨਿਕਲੇ ਹੋਏ ਨੇ ਉਹਨਾਂ ਦਾ ਕਰੀਅਰ ਅਸੀਂ ਅੱਗੇ ਦੇਖਿਆ ਨਹੀਂ ਜਿਹੜਾ ਆਲ ਇੰਡੀਆ ਡਾਂਸ ਫੈਡਰੇਸ਼ਨ ਹੈ ਇਹੀ ਜਿਹੜੀ ਸੰਸਥਾ ਹੈ ਸਿਰਫ ਐਸੀ ਸੰਸਥਾ ਦੇ ਰਾਹੀਂ ਕੋਈ ਅਗਰ 올림픽ਸ ਜਾਣਾ ਚਾਹੁੰਦਾ ਤਾਂ ਇਸ ਸੰਸਥਾ ਦੇ ਰਾਹੀਂ ਜਾ ਸਕਦਾ ਆਪਣੀ ਸੰਸਥਾ ਬਣਾ ਕੇ ਕੋਈ ਨਹੀਂ ਜਾ ਸਕਦਾ ਬਿਕਾਜ਼ ਇਹਨੂੰ ਹੀ ਮਾਨਤਾ ਪ੍ਰਾਪਤ ਹੈ 올림픽ਸ ਸਤਿ ਸ਼੍ਰੀ ਅਕਾਲ ਜੀ ਮੈਂ ਦਵਿੰਦਰ ਮੰਡ ਮੇਰੇ ਨਾਲ ਨੇ ਹਰ ਵਾਰ ਦੀ ਤਰ੍ਹਾਂ ਪੂਜਾ ਸੰਧੂ ਜੀ ਤੇ ਅਸੀਂ ਦੋਵੇਂ ਇੱਕ ਵਾਰ ਫਿਰ ਹਾਜ਼ਰ ਹਾਂ ਪ੍ਰੋਗਰਾਮ ਲੈ ਕੇ ਗੱਲ ਪੰਜਾਬ ਦੀ। ਸਤਿ ਸ਼੍ਰੀ ਅਕਾਲ ਪੂਜਾ ਜੀ। ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ? ਬਹੁਤ ਵਧੀਆ ਚੜ੍ਹਦੀ ਕਲਾ ਠੀਕ ਠਾਕ। ਪੂਜਾ ਜੀ ਸਾਡੇ ਸਟੂਡੀਓ ਵਿੱਚ ਹਰ ਵਾਰ ਨਵੀਂ ਸ਼ਖਸੀਅਤ ਆਉਂਦੀ ਹੈ ਬਿਲਕੁਲ ਜਿਨ੍ਹਾਂ ਨੂੰ ਅਸੀਂ ਦਰਸ਼ਕਾਂ ਨਾਲ ਮਿਲਾਉਂਦੇ ਹਾਂ ਉਹਨਾਂ ਬਾਰੇ ਦੱਸਦੇ ਹਾਂ ਤੇ ਅੱਜ ਫਿਰ ਸਾਡੇ ਸਟੂਡੀਓ ਦੇ ਵਿੱਚ ਇੱਕ ਹੋਰ ਨਵੀਂ ਸ਼ਖਸੀਅਤ ਮੌਜੂਦ ਹੈ ਉਹਨਾਂ ਬਾਰੇ ਦੱਸਿਆ ਜਾਵੇ ਜੀ ਬਿਲਕੁਲ ਦੱਸਿਆ ਜਾਊਗਾ ਕਿਉਂਕਿ ਅੱਜ ਦੇ ਮਹਿਮਾਨ ਬਹੁਤ ਖਾਸ ਨੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 2024 ਦੀ 올림픽ਸ ਦੇ ਵਿੱਚ ਡਾਂਸ ਨੂੰ ਐਡ ਕਰ ਲਿਆ ਗਿਆ ਸੋ ਹੁਣ ਉਸ ਨੂੰ ਖੇਡਿਆ ਜਾਵੇਗਾ ਜਾਂ ਫਿਰ ਕੀਤਾ ਜਾਵੇਗਾ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਖਿਡਾਰੀ ਜਾਣਗੇ ਪਾਰਟਿਸਿਪੇਟ ਕਰਨਗੇ ਤੇ ਇਸ ਗੇਮ ਨੂੰ ਉੱਥੇ 올림픽ਸ ਦੇ ਵਿੱਚ ਸ਼ਾਮਿਲ ਕਰਨਾ ਇੱਕ ਸਾਡੇ ਇੰਡੀਆ ਵਾਸਤੇ ਪੂਰੇ ਵਰਲਡ ਵਾਸਤੇ ਤੇ 올림픽 ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਤੇ ਸਾਡੇ ਨਾਲ ਅੱਜ ਜਿਹੜੇ ਮਹਿਮਾਨ ਮੌਜੂਦ ਨੇ ਉਹਨਾਂ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੇ ਪਹਿਲਾਂ ਤਾਂ ਆਲ ਇੰਡੀਆ ਡਾਂਸ ਸਪੋਰਟਸ ਫੈਡਰੇਸ਼ਨ ਦੇ ਚੀਫ ਟੈਕਨੀਕਲ ਡਾਇਰੈਕਟਰ ਨੇ ਤੇ ਇੰਡੀਆ ਦੇ ਲੀਡਿੰਗ ਕੋਰੀਓਗ੍ਰਾਫਰ ਨੇ ਤੇ ਜਿਸ ਫੈਡਰੇਸ਼ਨ ਦੀ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਉਸ ਨੂੰ 올림픽ਸ ਦੇ ਵੱਲੋਂ ਮਾਨਤਾ ਪ੍ਰਾਪਤ ਹੈ ਸੋ ਬਿਨਾਂ ਕਿਸੇ ਦੇਰੀ ਤੋਂ ਹੁਣ ਅਸੀਂ ਆਪਣੇ ਮਹਿਮਾਨ ਦਾ ਸਵਾਗਤ ਕਰਦੇ ਹਾਂ ਗਗਨ ਵੇਦੀ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿਵੇਂ ਸਿਹਤਾਂ ਨੇ? ਬਹੁਤ ਵਧੀਆ ਅੱਜ ਤੁਹਾਡੇ ਸਟੂਡੀਓ 'ਚ ਆ ਗਏ ਪੰਜਾਬੀ ਨੈਸ਼ਨਲ ਦੇ ਸਟੂਡੀਓ 'ਚ ਆ ਕੇ ਸਿਹਤਾਂ ਹੋਰ ਵੀ ਵਧੀਆ ਹੋ ਗਿਆ ਬਹੁਤ ਸੋਹਣੀ ਗੱਲ ਹੈ। ਵੈਸੇ ਤੁਹਾਡੀ એનર્ਜੀ ਦੇਖ ਕੇ ਸਾਨੂੰ ਪਤਾ ਲੱਗ ਰਿਹਾ ਹੈ ਕਿ ਤੁਸੀਂ ਇਸ ਵੇਲੇ ਜਿਸ ਮੁਕਾਮ ਤੇ ਹੋ ਉਹਦੇ ਵਿੱਚ ਕਿੰਨੀ ਮਿਹਨਤ ਲੱਗੀ ਹੈ ਔਰ ਇਹ ਤੁਹਾਡੀ એનર્ਜੀ ਹੀ ਹੈ ਜਿਹੜੀ ਤੁਹਾਨੂੰ ਉੱਥੇ ਤੱਕ ਲੈ ਕੇ ਗਈ। ਜੀ ਬਿਲਕੁਲ ਸਰ ਆਪਾਂ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾ ਸਵਾਲ ਇਹ ਹੈ ਜੀ ਤੁਹਾਡੀ ਇਹ ਸ਼ੁਰੂਆਤ ਕਿਵੇਂ ਹੋਈ? ਅਗਰ ਮੈਂ ਆਪਣੀ ਪਿਛੋਕੜ ਬਾਰੇ ਗੱਲ ਕਰਾਂ ਤੇ ਮੈਂ ਪਰਮਾਤਮਾ ਮਿਹਰ ਕਰੇ ਮੈਂ ਗੁਰੂ ਨਾਨਕ ਦੇਵ ਜੀ ਦੀ 21ਵੀਂ ਪੁਸ਼ਤ ਤੋਂ ਹੈਗਾ ਮੇਰੇ ਗ੍ਰੈਂਡਫਾਦਰ ਜੀ ਸਰਦਾਰ ਗੁਰਦਿਆਲ ਸਿੰਘ ਬੇਦੀ ਜੀ ਉਹਨਾਂ ਦੇ 21st ਜਨਰੇਸ਼ਨ ਸੀਗੇ ਅਸੀਂ ਉਹਨਾਂ ਦੇ ਅੱਗੇ ਹੈਗੇ ਆ ਐਂਡ ਬੜਾ ਮਾਣ ਮਹਿਸੂਸ ਹੁੰਦਾ ਤੇ ਨਾਲ ਹੀ ਬਹੁਤ ਬਲੇਸਿੰਗ ਮਹਿਸੂਸ ਹੁੰਦੀ ਹੈ ਜਦੋਂ ਕੋਈ ਇੰਟਰਵਿਊ ਵਿੱਚ ਸਪੈਸ਼ਲੀ ਇਹ ਸਵਾਲ ਪੁੱਛਦਾ ਤੁਹਾਡਾ ਸ਼ੁਰੂਆਤ ਕਿੱਥੋਂ ਹੋਈ ਹੈ ਐਂਡ ਤਾਂ ਸ਼ੁਰੂਆਤ 'ਚੋਂ ਜੀ ਆਈ ਵੁੱਡ ਸੇ ਜਦੋਂ ਮੈਂ ਪੈਦਾ ਹੋਇਆ ਸੀਗਾ ਤੇ ਉਦੋਂ ਹੀ ਮੈਂ ਆਈ ਥਿੰਕ ਮੈਂ ਪੈਦਾ ਹੀ ਆਈ ਵਾਸ ਬੋਰਨ ਟੂ ਬੀ ਅ ਡਾਂਸਰ ਸੋ ਮੈਨੂੰ ਬਹੁਤ ਸ਼ੌਕ ਸੀਗਾ ਐਂਡ ਫੈਮਿਲੀ ਵਿੱਚ ਵੀ ਕਈ ਇੱਦਾਂ ਦੇ ਰਿਸ਼ਤੇਦਾਰ ਸੀਗੇ ਜਿਹੜੇ ਫਿਲਮ ਇੰਡਸਟਰੀ ਨਾਲ ਕਨੈਕਟਡ ਸੀਗੇ ਤੇ ਫਿਰ ਸ਼ੁਰੂ ਤੋਂ ਸ਼ੌਕ ਸੀਗਾ ਐਂਡ ਮੇਰੇ ਮਾਤਾ ਪਿਤਾ ਜੀ ਨੇ ਮੈਨੂੰ ਬਹੁਤ ਸਪੋਰਟ ਕੀਤਾ ਐਂਡ ਸਮਹਾਉ ਇੱਦਾਂ ਹੀ ਜਰਨੀ ਸ਼ੁਰੂ ਹੋਈ ਸੀ। ਸ਼ੁਰੂਆਤ ਮੇਰੀ ਆਈ ਸਟੱਡੀਡ ਹੇਅਰ ਇਨ ਜਲੰਧਰ ਮੈਂ ਜੀ ਸੇਂਟ ਜੋਸਫ ਸਕੂਲ 'ਚ ਪੜ੍ਹਿਆ ਸੀਗਾ ਤੇ ਮੇਰੇ ਉੱਧਰ ਮੈਂਟਰ ਸੀਗੇ ਮਿਸਿਸ ਬੋਇਲਰ ਐਂਡ ਮਿਸਟਰ ਪਾਂਡੇ
ਤੇ ਉਹਨਾਂ ਨੇ ਮੈਨੂੰ ਸ਼ੁਰੂ 'ਚ ਹੀ ਦੇਖਿਆ ਸੀਗਾ ਕਿ ਇਹਦੇ ਅੰਦਰ ਡਾਂਸ ਦਾ ਟੈਲੈਂਟ ਹੈਗਾ ਐਂਡ ਬਸ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਛੋਟੇ-ਮੋਟੇ ਪ੍ਰੋਗਰਾਮਸ 'ਚ ਪਾਰਟਿਸਿਪੇਟ ਕਰਾਉਣਾ ਸ਼ੁਰੂ ਕੀਤਾ ਐਂਡ ਦਿਸ ਇਜ਼ ਹਾਊ ਆਈ ਸਟਾਰਟਡ। ਤੇ ਕਿਹੜੀ ਉਮਰ ਤੋਂ ਤੁਸੀਂ ਡਾਂਸ ਕਰਨਾ ਸ਼ੁਰੂ ਕਰ ਦਿੱਤਾ ਸੀ? ਪੂਜਾ ਜੀ ਅਗਰ ਸੱਚੀ ਮੰਨੋ ਤੇ ਮੈਂ ਕਹਾਂਗਾ ਜਦੋਂ ਆਈ ਵਾਸ ਬੋਰਨ ਆਈ ਥਿੰਕ ਸੋ 2-3 ਸਾਲਾਂ ਦਾ ਸੀਗਾ ਤੇ ਘਰ ਵਿੱਚ ਜਿਵੇਂ ਛੋਟੇ-ਮੋਟੇ ਸੰਗੀਤ ਹੋਣੇ ਜਾਂ ਫੰਕਸ਼ਨ ਹੋਣੇ ਤੇ ਆਈ ਯੂਜ਼ਡ ਟੂ ਬੀ ਦ ਐਂਟਰਟੇਨਰ ਆਫ ਦ ਫੈਮਿਲੀ ਤੇ ਸਾਰਿਆਂ ਨੂੰ ਹੁੰਦਾ ਸੀਗਾ ਕਿ ਗਗਨ ਦੇ ਬਿਨਾਂ ਮਤਲਬ 3 ਸਾਲ ਦੀ ਉਮਰ 'ਚ ਮੈਨੂੰ ਯਾਦ ਹੈ ਆਈ ਯੂਜ਼ਡ ਟੂ ਇਮੀਟੇਟ ਸਾਰੇ ਐਕਟਰ ਐਕਟ੍ਰੈਸਿਸ ਨੂੰ ਉਹਨਾਂ ਦੀ ਨਕਲਾਂ ਲਾਣੀਆਂ ਐਂਡ ਉਹ ਇੱਦਾਂ ਡਾਂਸ ਕਰਦਾ ਉਹ ਇੱਦਾਂ ਬੋਲਦਾ ਹੈ ਤੇ ਸ਼ੁਰੂ ਤੋਂ ਸ਼ੌਕ ਸੀਗਾ ਐਂਡ ਸਮਹਾਉ ਸ਼ੌਕ ਕਦੋਂ ਪ੍ਰੋਫੈਸ਼ਨ ਪਰ ਬਣ ਗਿਆ ਆਈ ਥਿੰਕ ਉਹ ਪ੍ਰਮਾਤਮਾ ਦੀ ਮਿਹਰ ਹੈ ਐਂਡ ਤੁਹਾਡੇ ਸਭ ਦਾ ਸਾਥ ਹੈ ਤੇ ਇਸ ਕਰਕੇ ਜਰਨੀ ਚੱਲਦੀ ਪਈ ਹੈ। ਬਹੁਤ ਸੋਹਣੀ ਗੱਲ ਹੈ ਜੀ। ਅਤੇ ਜਦੋਂ ਅਸੀਂ ਦੇਖਦੇ ਹਾਂ ਕਿ ਇੱਕ ਡਾਂਸ ਜਿਹੜੀ ਅਜਿਹੀ ਕਲਾ ਹੈ ਜਿਸ ਦੇ ਵਾਸਤੇ ਬਹੁਤ ਜ਼ਿਆਦਾ ਤੁਹਾਨੂੰ ਐਕਟਿਵ ਰਹਿਣਾ ਪੈਂਦਾ ਹੈ ਨਾ, ਤੁਹਾਨੂੰ ਡਾਂਸ ਫਾਰਮ ਸਿੱਖਣੀਆਂ ਪੈਂਦੀਆਂ ਨੇ, ਪਰ ਆਪਾਂ ਹੁਣ ਸ਼ੁਰੂਆਤ ਦੀ ਗੱਲ ਕਰ ਰਹੇ ਹਾਂ, ਤੁਹਾਡੇ ਬਚਪਨ ਦੀ ਗੱਲ ਕਰ ਰਹੇ ਹਾਂ ਤੇ ਬਚਪਨ ਦੇ ਵਿੱਚ ਫਿਰ ਤੁਸੀਂ ਲਗਾਤਾਰ ਸਟੇਜ ਸ਼ੋਜ਼ ਕੀਤੇ, ਜਿਹੜੇ ਸਕੂਲ ਦੇ ਵਿੱਚ ਕੰਪੀਟੀਸ਼ਨਸ ਹੁੰਦੇ ਸੀਗੇ, ਉਹਨਾਂ ਬਾਰੇ ਕੁਝ ਦੱਸੋ ਜਾਂ ਫਿਰ ਕੋਈ ਇਦਾਂ ਦੀ ਗੱਲ ਰਹੀ ਹੋਵੇ ਤੁਹਾਡੇ ਨਾਲ ਜਿਹੜੇ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਵੇ? ਜ਼ਰੂਰ ਜੀ। ਆਈ ਥਿੰਕ ਮੈਂ ਸ਼ੁਰੂ ਤੋਂ ਹੀ ਜੀ ਮੇਰੇ ਖਿਆਲ ਮੈਂ 2nd ਕਲਾਸ 'ਚ ਸੀਗਾ ਕਿ 3rd ਕਲਾਸ 'ਚ ਸੀਗਾ ਤੇ ਮੈਨੂੰ ਯਾਦ ਹੈ ਉਸ ਵੇਲੇ ਸ਼੍ਰੀ ਦੇਵੀ ਦਾ ਡਾਂਸ ਹੁੰਦਾ ਸੀਗਾ ਮੇਰੇ ਹੱਥੋਂ ਮੇਂ 9 ਚੂੜੀਆਂ ਐਂਡ ਦੈਟ ਵਾਸ ਨਵਾਂ ਆਇਆ ਸੀਗਾ ਐਂਡ ਸਕੂਲ ਵਾਲਿਆਂ ਨੇ ਇੱਦਾਂ ਹੀ ਨਾ ਰੱਖਿਆ ਕਿ ਬਿਕਾਜ਼ ਸੇਂਟ ਜੋਸਫ ਬॉयਜ਼ ਸਕੂਲ ਸੀਗਾ ਤੇ ਕੁੜੀਆਂ ਵਾਲਾ ਡਾਂਸ ਕੌਣ ਕਰ ਸਕਦਾ ਹੈਗਾ ਐਂਡ ਦੈਨ ਦੇ ਵਰ ਲਾਈਕ ਆਈ ਸੈਡ ਆਈ ਵਿਲ ਡੂ ਇਟ, मैं करता हूँ, मुझे कोई प्रॉब्लम नहीं है, मेरे को प्लेटफॉर्म दो मैं करने को तैयार हूँ, आई विल डू इट। ਮੈਨੂੰ ਪਲੇਟਫਾਰਮ ਮਿਲਿਆ ਤੇ ਐਂਡ ਮੈਂ ਸਭ ਤੋਂ ਪਹਿਲਾਂ ਉਹ ਡਾਂਸ ਪਰਫਾਰਮ ਕੀਤਾ ਸੀਗਾ। ਉਸ ਤੋਂ ਬਾਅਦ ਮੈਨੂੰ ਯਾਦ ਹੈ ਮੈਨੂੰ ਜਲੰਧਰ 'ਚ ਮਤਲਬ ਇੱਦਾਂ ਨਾਂ ਦਿੱਤਾ ਮਤਲਬ ਬੈਸਟ ਡਾਂਸਰ ਆਫ ਸਕੂਲ ਦਾ ਖਿਤਾਬ ਮੈਂ ਜਿੱਤ ਲਿਆ ਸੀ ਉਸ ਤੋਂ ਬਾਅਦ ਐਂਡ ਇੱਦਾਂ ਜਰਨੀ ਵੱਧਦੀ ਗਈ। ਮੈਨੂੰ ਸਕੂਲ ਦੇ ਲੇਟਰ ਔਨ ਸਟੇਟ ਲੈਵਲ ਕੰਪੀਟੀਸ਼ਨਸ ਹੋਏ, ਡਿਸਟ੍ਰਿਕਟ ਲੈਵਲ ਕੰਪੀਟੀਸ਼ਨਸ ਹੋਏ, ਨੈਸ਼ਨਲ ਕੰਪੀਟੀਸ਼ਨਸ ਹੋਏ ਤੇ ਪ੍ਰਮਾਤਮਾ ਦੀ ਮਿਹਰ ਨਾਲ ਐਂਡ ਆਪਣੇ ਮੈਂਟਰਸ ਦੀ ਮਿਹਰ ਨਾਲ ਐਂਡ ਮਦਰ ਫਾਦਰ ਦੀ ਬਲੇਸਿੰਗਸ ਦੇ ਨਾਲ ਐਂਡ ਮਾਈ ਸਿਸਟਰ ਤੇ ਸਮਹਾਉ ਮੈਂ ਆਪਣੀ ਜਰਨੀ ਕੰਟੀਨਿਊ ਕਰਦਾ ਗਿਆ ਐਂਡ ਮੈਂ ਇੱਕ ਤੋਂ ਬਾਅਦ ਇੱਕ ਪ੍ਰਤਿਭਾ ਜਿੱਤਦਾ ਗਿਆ ਐਂਡ ਮਤਲਬ ਇਹ ਕਦੀ ਨਹੀਂ ਹੋਇਆ ਕਿ ਜਦੋਂ ਮੈਂ ਪਾਰਟਿਸਿਪੇਟ ਕੀਤਾ ਕਿ ਮੈਂ 2nd ਜਾਂ 3rd ਪੋਜੀਸ਼ਨ ਤੇ ਆਇਆ। ਹਮੇਸ਼ਾ ਮਤਲਬ ਕੁਝ ਅਜਿਹੀ ਮਿਹਰ ਸੀ ਉਸ ਬਾਬੇ ਨਾਨਕ ਦੀ ਮੈਂ ਕਹਾਂਗਾ, ਕੁਝ ਅਜਿਹੀ ਕਿਰਪਾ ਸੀਗੀ ਜਿਹੜੀ ਮੈਨੂੰ ਮਤਲਬ ਕਦੀ ਵੀ ਪਿੱਛੇ ਮੁੜ ਕੇ ਨਹੀਂ ਵੇਖਣਾ ਪਿਆ। ਸਭ ਦਾ ਬਹੁਤ ਸਪੋਰਟ ਰਿਹਾ ਐਂਡ ਸਾਰੇ ਕੰਪੀਟੀਸ਼ਨ ਜਿੱਤਦਾ ਰਿਹਾ ਐਂਡ ਇੱਦਾਂ ਹੀ ਜਰਨੀ ਵੱਧਦੀ ਗਈ ਐਂਡ ਸਮਹਾਉ ਜਦੋਂ ਮੈਂ ਆਪਣੀ 12ਵੀਂ ਜਮਾਤ 'ਚ ਪਹੁੰਚਿਆ ਤੇ 12ਵੀਂ ਜਮਾਤ 'ਚ ਪਹੁੰਚਣ ਤੋਂ ਬਾਅਦ ਜੀ ਮੈਨੂੰ ਸਿੱਧਾ ਇੱਥੋਂ ਦਾ ਇੱਕ ਬੜਾ ਮਾਨਯੋਗ ਸਕੂਲ ਹੈ ਜਿਹਦੇ ਵਿੱਚ ਮੈਨੂੰ ਉਹਨਾਂ ਨੇ ਐਜ਼ ਅ ਡਾਇਰੈਕਟਰ ਆਫ ਕਲਚਰਲ ਐਕਟੀਵਿਟੀਜ਼ ਡਿਪਿਊਟ ਕਰ ਲਿਆ ਕਿ ਦੇਖਣ ਤੋਂ ਬਾਅਦ ਮਾਈ ਟੈਲੈਂਟ ਐਂਡ ਆਲ ਐਂਡ ਮੈਨੂੰ ਯਾਦ ਹੈ ਉਸ ਟਾਈਮ ਸੀਗਾ ਜੀ 2001 ਕਿ 2001 ਜਦੋਂ ਮੈਨੂੰ ਮੇਰੀ ਪਹਿਲੀ ਪੇ ਮਿਲੀ ਸੀਗੀ 6000 ਰੁਪਏ ਦੀ ਪਰ ਮੰਥ ਦੀ ਤੇ ਮੈਨੂੰ ਹਜੇ ਤੱਕ ਯਾਦ ਹੈ ਮਤਲਬ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਐਂਡ ਉਸ ਤੋਂ ਬਾਅਦ ਸਮਹਾਉ ਮੈਂ ਆਪਣਾ ਉਹਨਾਂ ਨਾਲ ਥੋੜ੍ਹੀ ਦੇਰ ਆਪਣਾ ਕੰਟੀਨਿਊ ਤੇ ਕੀਤਾ ਅਬਾਊਟ ਫॉर 2-3 ਮੰਥਸ ਪਰ 2-3 ਮਹੀਨਿਆਂ ਤੋਂ ਬਾਅਦ ਜਿਵੇਂ ਉੱਪਰ ਵਾਲੇ ਦੀ ਮਰਜ਼ੀ ਹੁੰਦੀ ਹੈ ਆਈ ਸਟਾਰਟਡ ਮਾਈ ਕਲਾਸਿਸ ਜੀ ਇਨ ਦਿੱਲੀ ਵਿਦ ਪਦਮਨੀ ਕੋਲਾਪੁਰੀ ਸਕੂਲ ਆਫ ਐਕਟਿੰਗ ਐਂਡ ਮਾਡਲਿੰਗ ਐਂਡ ਉੱਥੇ ਸਰੋਜ ਖਾਨ ਜੀ ਡਾਂਸ ਦੇ ਇੰਸਟਰਕਟਰ ਸੀਗੇ ਤੇ ਉਹਨਾਂ ਦੇ ਨਾਲ ਫਿਰ ਉਹਨਾਂ ਦੇ ਨਾਲ ਮੈਂ ਆਪਣੀ ਡਾਂਸ ਦੀ ਅਗਲੀ ਸਿੱਖਿਆ ਪੂਰੀ ਕੀਤੀ ਐਂਡ ਫਿਰ ਉਸ ਤੋਂ ਬਾਅਦ ਮਤਲਬ देयर वाज नो लुकिंग बैक ਮੈਂ ਬੰਬੇ ਵੀ ਗਿਆ ਮੈਂ 1-2 ਸੀਰੀਅਲਸ 'ਚ ਵੀ ਐਕਟ ਕੀਤਾ। ਅੱਛਾ ਮਤਲਬ ਤੁਸੀਂ ਡਾਂਸ ਦੇ ਨਾਲ ਨਾਲ ਐਕਟਿੰਗ ਦੇ ਵਿੱਚ ਵੀ ਚਲੇ ਗਏ ਬਿਕਾਜ਼ ਡਾਂਸਰ ਉਹੀ ਬਣ ਸਕਦਾ ਜਿਹਨੂੰ ਐਕਟਿੰਗ ਕਰਨੀ ਨਹੀਂ ਆਈ ਉਹ ਡਾਂਸਰ ਕਿੱਥੋਂ ਬਣ ਸਕਦਾ। ਐਕਸਪ੍ਰੈਸ਼ਨ ਬਹੁਤ ਕੰਮ ਕਰਦਾ ਡਾਂਸਿੰਗ ਦੇ ਨਾਲ ਐਕਸਪ੍ਰੈਸ਼ਨ ਦਾ ਬਹੁਤ ਇੱਕ ਵੱਡਾ ਕੰਮ ਹੈਗਾ ਜੀ। ਸੋ ਮੈਂ ਆਪਣਾ 1-2 ਚੈਨਲਸ ਤੇ ਮੈਂ ਆਪਣੇ ਸ਼ੋਅ ਕਰਕੇ ਆਇਆ ਐਂਡ ਉਸ ਤੋਂ ਬਾਅਦ ਸਮਹਾਉ ਜਲੰਧਰ ਮੈਨੂੰ ਵਾਪਸ ਬੁਲਾਉਣਾ ਸੀਗਾ। ਮੇਰਾ ਵਿੱਚ ਥੋੜਾ ਜਿਹਾ ਲੀਨ ਪੀਰੀਅਡ ਆ ਗਿਆ, ਮੈਨੂੰ ਇੰਨਾ ਕੰਮ ਨਹੀਂ ਮਿਲਿਆ ਉੱਧਰ ਟੂ ਬੀ ਵੈਰੀ ਫਰੈਂਕ ਥੋੜੀ ਦੇਰ ਬਾਅਦ ਨਾ ਤੇ ਮੈਨੂੰ ਕਿਸੇ ਨੇ ਕਿਹਾ ਮੈਂ ਜਲੰਧਰ ਵਾਪਸ ਆਇਆ ਕਿਉਂਕਿ ਆਲਰੇਡੀ ਬਿਲੋਂਗਿੰਗ ਟੂ ਗੁੱਡ ਹੈਰੀਟੇਜ ਸੋ ਫਾਦਰ ਸਾਹਿਬ ਦਾ ਵੀ ਕੰਮ ਸੀਗਾ ਐਂਡ ਮਤਲਬ ਆਲਰੇਡੀ ਸਭ ਕੁਝ ਸੈਟਲਡ ਸੀਗਾ ਤੇ ਮੈਂ ਜਦੋਂ ਵਾਪਸ ਆਇਆ ਤਾਂ ਕਿਸੇ ਨੇ ਮੈਨੂੰ ਕਿਹਾ ਗਗਨ ਤੇਰੇ ਅੰਦਰ ਹੁਨਰ ਡਾਂਸ ਦਾ ਤੇ ਤੂੰ ਡਾਂਸ ਦੇ ਉੱਤੇ ਫੋਕਸ ਕਰ।
somehow मैं आके 2003 ਚ ਜੀ ਆਪਣਾ ਡਾਂਸ ਸਟੂਡੀਓ ਖੋਲਿਆ ਤੇ ਜਿੱਦੀ ਸਾਲਗਿਰਾ ਕੱਲ ਹੀ ਸੀ ਕਿ 18 ਸਾਲ ਅਸੀਂ ਕੱਲ ਪੂਰੇ ਕੀਤੇ ਨੇ ਉਹਦੇ ਵਾਹ ਹਾਂਜੀ ਤੇ ਕੀ ਕਹਿੰਦੇ ਆ ਮਤਲਬ ਮੈਂ ਵਾਪਸ ਆਇਆ ਹੀ ਸੀਗਾ ਐਂਡ ਮੈਂ ਆਪਣਾ ਮੇਰੇ ਇੱਥੇ ਫਰੈਂਡ ਸੀਗੇ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਆਪਣਾ ਡਾਂਸ ਸਕੂਲ ਕਿਉਂ ਨਹੀਂ ਖੋਲਦਾ ਸੋ ਆਈ ਓਪਨਡ ਅਪ ਮਾਈ ਡਾਂਸ ਸਟੂਡੀਓ ਐਂਡ ਮੈਨੂੰ ਯਾਦ ਹੈ ਜਦੋਂ ਡਾਂਸ ਸਟੂਡੀਓ ਖੋਲਿਆ ਤੇ ਰਿਸਪੌਂਸ ਤੇ ਸ਼ੁਰੂ ਤੋਂ ਹੀ ਵਧੀਆ ਸੀਗਾ ਥੋੜ੍ਹੀ ਜਿਹੀਆਂ ਫੈਮਲੀਆਂ ਨਾਲ ਜੁੜੀਆਂ ਪਰ ਹੌਲੀ ਹੌਲੀ ਕਰਦੇ ਕਰਦੇ ਵਿਦਿਨ ਫਿਊ ਲਾਈਕ ਪਹਿਲੇ 2-3 ਮਹੀਨੇ ਇੱਦਾਂ ਦੇ ਸੀਗੇ ਕਿ ਮੈਨੂੰ ਮੇਰੇ ਕੋਲ ਕਿਰਾਇਆ ਵੀ ਨਹੀਂ ਕੱਢਿਆ ਜਾਂਦਾ ਸੀਗਾ ਐਂਡ ਮੇਰੇ ਕੋਲੋਂ ਮਤਲਬ ਸਟਾਫ ਰੱਖਿਆ ਹੋਇਆ ਸੀਗਾ ਸਟਾਫ ਦਾ ਕਿਰਾਇਆ ਵੀ ਨਹੀਂ ਕੱਢਿਆ ਜਾਂਦਾ ਸੀਗਾ ਮਤਲਬ ਇੱਦਾਂ ਦਾ ਟਾਈਮ ਸੀਗਾ ਮੈਨੂੰ ਯਾਦ ਹੈ ਪਹਿਲੇ 3-4 ਮਹੀਨੇ ਬਿਕਾਜ਼ ਜਦੋਂ ਤੁਸੀਂ ਆਪਣੀ ਨਵੀਂ ਹੱਟੀ ਪਾਉਂਦੇ ਹੋ ਕਹਿੰਦੇ ਆ ਨਾ ਕਿ ਹੱਟੀ ਤਾਂ ਪਹਿਲੇ ਸਾਲ ਕੁਝ 3 ਵਰਡਸ ਬਣੇ ਹੋਏ ਮੈਨੂੰ ਯਾਦ ਨਹੀਂ ਆ ਰਿਹਾ ਇਸ ਵੇਲੇ ਪਹਿਲਾਂ ਵੇਟ ਕਰਨੀ ਪੈਂਦੀ ਹੈ ਤੁਹਾਨੂੰ ਲਗਾਣੀ ਪੈਂਦੇ ਪੈਸੇ ਬਿਲਕੁਲ ਤੇ ਉਹ ਪਹਿਲੇ 6 ਮਹੀਨੇ ਤੇ ਜੀ ਕੁਝ ਨਹੀਂ ਹਿਲਜੁਲ ਹੋਈ ਤੇ 6 ਮਹੀਨੇ ਮੇਰੇ ਗ੍ਰੈਂਡਮਦਰ ਮੇਰੇ ਫਾਦਰ ਸਾਹਿਬ ਸਭ ਨੇ ਬਹੁਤ ਸਪੋਰਟ ਕੀਤਾ ਮੈਨੂੰ ਸਪੋਰਟ ਤੇ ਹੁਣੇ ਤੱਕ ਕਰ ਰਹੇ ਨੇ ਦੋ ਤੇ ਸਮਹਾਉ ਜਰਨੀ ਵੱਧਦੀ ਗਈ ਐਂਡ ਆਈ ਕੈਪਟ ਔਨ ਡੂਇੰਗ ਮਾਈ ਵਰਕ ਤੇ ਇੱਕ ਸਟੂਡੈਂਟ ਤੋਂ ਲੈ ਕੇ ਵਿਦਿਨ ਦ ਸਪੈਨ ਆਫ ਫਸਟ 5 ਇਅਰਸ ਮਤਲਬ ਪਰਮਾਤਮਾ ਨੇ ਇੰਨੀ ਮਿਹਰ ਕੀਤੀ ਅਸੀਂ 3.5 ਲੱਖ ਸਟੂਡੈਂਟਸ ਨੂੰ ਟ੍ਰੇਨ ਕੀਤਾ ਵਾਹ ਜਿਹੜਾ ਅਸੀਂ ਜਲੰਧਰ ਤੋਂ ਸ਼ੁਰੂ ਕੀਤਾ ਸੀਗਾ ਆਪਣਾ ਕਾਰਵਾ ਉਹ ਕਾਰਵਾ ਵੱਧਦਾ ਗਿਆ ਵੀ ਰੀਚਡ ਆਊਟ ਟੂ ਲੁਧਿਆਣਾ ਉੱਥੇ ਵੀ ਅਕੈਡਮੀ ਖੋਲੀ ਫਿਰ ਵੀ ਰੀਚਡ ਆਊਟ ਟੂ ਚੰਡੀਗੜ੍ਹ ਫਿਰ ਉਸ ਤੋਂ ਬਾਅਦ ਅਸੀਂ ਦਿੱਲੀ ਫਿਰ ਮੇਰੀ ਵਰਕਸ਼ਾਪਸ ਲੱਗਣੀਆਂ ਸ਼ੁਰੂ ਹੋ ਗਈਆਂ ਵੱਖਰੀ ਜਗ੍ਹਾਵਾਂ ਤੇ ਬਿਕਾਜ਼ ਜਿਹੜੇ ਡਾਂਸ ਫਾਰਮਸ 'ਚ ਮੈਂ ਮਾਹਿਰ ਤਾਂ ਹਾਸਲ ਕੀਤੀ ਹੋਈ ਸੀਗੀ ਉਹ ਬਹੁਤ ਘੱਟ ਸੀਗੀ ਬਾਕੀ ਸੂਬਿਆਂ 'ਚ ਤੇ ਇਸ ਕਰਕੇ ਫਿਰ ਉਸ ਤੋਂ ਬਾਅਦ ਪਰਮਾਤਮਾ ਦੀ ਮਿਹਰ ਨਾਲ ਇਟ ਵਾਸ ਦ ਫਰਸਟ ਟਾਈਮ ਕਿ ਮੈਂ 3.5 ਲੱਖ ਸਟੂਡੈਂਟਸ ਚ ਆਈ ਵਾਸ ਬਹੁਤ ਸੋਹਣੀ ਗੱਲ ਹੈ ਤੇ ਸਰ ਇਹ ਤੁਹਾਡੀ ਜਿਹੜੀ ਜਰਨੀ ਹੈ ਨਾ ਜਿਹੜੀ ਹੁਣ ਤੱਕ ਤੁਸੀਂ ਦੱਸੀ ਇਹਦੇ ਵਿੱਚ ਵੀ ਮੈਨੂੰ ਬਹੁਤ ਸਾਰੇ ਸਵਾਲ ਮੇਰੇ ਮਨ ਚ ਉੱਠ ਰਹੇ ਨੇ ਕਿ ਇੱਥੇ ਤੱਕ ਜਿਹੜੀ ਜਰਨੀ ਤੁਸੀਂ ਦੱਸੀ ਇਸ ਤੋਂ ਅੱਗੇ ਵੀ ਅਸੀਂ ਗੱਲ ਕਰਾਂਗੇ ਜ਼ਰੂਰ ਜਿਹੜਾ ਹੁਣ ਤੁਸੀਂ ਕੰਮ ਕਰ ਰਹੇ ਹੋ ਬਟ ਪਹਿਲਾਂ ਇੰਨੀ ਕੁ ਕਵਰ ਕਰਦੇ ਹਾਂ ਸੋ ਇਸ ਜਰਨੀ ਦੇ ਵਿੱਚ ਕਿਹੜੀਆਂ ਹੋਰ ਮੁਸ਼ਕਲਾਂ ਰਹੀਆਂ ਨੇ ਕਿਹੜੇ ਨਵੇਂ ਲੋਕਾਂ ਨੂੰ ਤੁਸੀਂ ਮਿਲੇ ਹੋ ਜਾਂ ਕੋਈ ਇਦਾਂ ਦੀ ਗੱਲ ਜਿਹੜੀ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਇਹ ਸਾਰੀਆਂ ਗੱਲਾਂ ਦੇ ਉੱਤੇ ਅਸੀਂ ਡਿਸਕਸ਼ਨ ਕਰਾਂਗੇ ਪਰ ਇਸ ਤੋਂ ਪਹਿਲਾਂ ਇੱਕ ਬ੍ਰੇਕ ਦਾ ਟਾਈਮ ਹੋ ਗਿਆ ਸੋ ਬ੍ਰੇਕ ਤੋਂ ਬਾਅਦ ਫਿਰ ਤੋਂ ਹਾਜ਼ਰ ਹੋਣੇ ਹਾਂ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲ ਪੰਜਾਬ ਦੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ ਪ੍ਰੋਗਰਾਮ ਗੱਲ ਪੰਜਾਬ ਦੀ ਵਿੱਚ ਤੇ ਸਾਡੇ ਅੱਜ ਦੇ ਮਹਿਮਾਨ ਨੇ ਮਿਸਟਰ ਗਗਨ ਬੇਦੀ ਜੀ ਪੂਜਾ ਜੀ ਤਾਂ ਝੂਮਦੇ ਫਿਰਦੇ ਆ ਅੱਛਾ ਮੈਨੂੰ ਸੱਚੀ ਵੇ ਆ ਫਾਰਮ ਦੇ ਵਿੱਚ ਆ ਡਾਂਸ ਵਾਲੀ ਅੱਛਾ ਹੁਣ ਡਾਂਸ ਦੀ ਗੱਲ ਕੀਤੀ ਹੈ ਨਾ ਆਪਾਂ ਹੁਣ ਸਰ ਤੋਂ ਪੁੱਛਦੇ ਆ ਕਿ ਸਰ ਕਿੰਨੇ ਤਰ੍ਹਾਂ ਦਾ ਡਾਂਸ ਕਰ ਲੈਂਦੇ ਹੋ ਵਾਹ ਕੀ ਕੁਐਸਚਨ ਪੁੱਛਿਆ ਦੇਖੋ ਇੱਕ ਗੱਲ ਦੱਸਾਂ ਜਿਹੜਾ ਡਾਂਸਰ ਹੁੰਦਾ ਨਾ ਟੂ ਬੀ ਵੈਰੀ ਫਰੈਂਕ ਡਾਂਸ ਦੀ ਇੰਨੀ ਸ਼ੈਲੀਆਂ ਨੇ ਇਸ ਵੇਲੇ ਕਿ ਜਿਹਦਾ ਕੋਈ ਅੰਤ ਨਹੀਂ ਹੈਗਾ ਜਦੋਂ ਮੇਰੀ ਸ਼ੁਰੂਆਤ ਹੋਈ ਸੀਗੀ ਤੇ ਸ਼ੁਰੂਆਤ 'ਚ ਮੈਂ ਬਾਲੀਵੁੱਡ ਵੱਲ ਬਹੁਤ ਖਿੱਚਿਆ ਹੋਇਆ ਸੀਗਾ ਤੇ ਸਰੋਜ ਖਾਨ ਜੀ ਨਾਲ ਹੋਈ ਸੀ ਉਸ ਤੋਂ ਬਾਅਦ ਮੈਂ ਥੋੜਾ ਮੇਰਾ ਝੁਕਾਵ ਲੈਟਨ ਵੱਲ ਚਲਾ ਗਿਆ ਸਾਰਾ ਸਾਲਸਾ ਬਚਾਟਾ ਮਰਿੰਗੇ ਪਾਸਾ ਡੋਬਲੇ ਬਿਕਾਜ਼ ਜਿਹੜਾ ਆਲ ਇੰਡੀਆ ਡਾਂਸ ਸਪੋਰਟ ਫੈਡਰੇਸ਼ਨ ਹੈ ਪਹਿਲੇ ਉਹਨਾਂ ਵਿੱਚ ਸਾਰੇ ਲੈਟਨ ਡਾਂਸਰਸ ਹੀ ਹੈਗੇ ਨੇ ਤੇ ਫਿਰ ਸਾਰੇ ਮੇਰੀ ਉਹਨਾਂ ਵਿੱਚ ਮਹਾਰਤ ਹਾਸਲ ਕੀਤੀ ਫਿਰ ਉਸ ਤੋਂ ਬਾਅਦ ਕਰਦੇ ਹੁਣ ਬ੍ਰੇਕਿੰਗ ਨੂੰ ਜਿਵੇਂ ਤੁਸੀਂ ਓਲੰਪਿਕਸ ਦੀ ਗੱਲ ਕਰ ਰਹੇ ਸੀਗੇ ਤੇ ਹੁਣ ਬ੍ਰੇਕਿੰਗ 'ਚ ਮਤਲਬ ਲਾਈਕ ਬਟ ਆਫ ਕੋਰਸ ਸ਼ੁਰੂ ਤੋਂ ਹੀ ਮੇਰਾ ਸ਼ੌਕ ਝੁਕਾਵ ਉਹਦੇ ਵੱਲ ਵੀ ਸੀਗਾ ਐਂਡ ਆਪਣਾ ਭੰਗੜਾ ਤੇ ਕਲਾਸੀਕਲ ਤੇ ਹਮੇਸ਼ਾ ਹੀ ਮੇਰੇ ਨਾਲ ਹੀ ਜੁੜਿਆ ਹੋਇਆ ਹੈ ਤੇ ਮਤਲਬ ਇਸ ਵੇਲੇ ਅਗਰ ਤੁਸੀਂ ਕਾਊਂਟ ਕਰੋ ਤਾਂ ਮੇਰੇ ਕੋਲ ਕਾਊਂਟ ਹੈਗਾ ਨਹੀਂ ਹੈ ਬਟ ਹਾਂ ਸ਼ਾਇਦ ਇੱਦਾਂ ਵੀ ਹੋਏ ਕਿ ਕਈ ਡਾਂਸਰਸ ਇੱਦਾਂ ਨੇ ਬਿਕਾਜ਼ ਇੱਕ ਡਾਂਸਰ ਵਾਸਤੇ ਤੇ ਕੋਰੀਓਗ੍ਰਾਫਰ ਵਾਸਤੇ ਇੱਕ ਆਰਟਿਸਟ ਵਾਸਤੇ ਸਿੱਖਣਾ ਕਦੀ ਨਹੀਂ ਮੁੱਕਦਾ ਤੇ ਅਗਰ ਮੈਂ ਅੱਜ ਮੈਂ ਕਹਾਂ ਕਿ ਮੈਂ ਸਾਰੇ ਡਾਂਸ 'ਚ ਪਰਫੈਕਟ ਹਾਂ ਤੇ ਮੈਂ ਕਹਾਂਗਾ ਮੈਂ ਗਲਤ ਹਾਂ ਮੈਂ ਸਿੱਖ ਰਿਹਾ ਤੇ ਸਿੱਖਦਾ ਰਹਾਂਗਾ ਆਪਣੇ ਅਖੀਰਲੇ ਸਾਹ ਤੱਕ ਸਿੱਖਦਾ ਰਹਾਂਗਾ ਬਿਕਾਜ਼ ਸਿੱਖਣਾ ਕਦੀ ਨਹੀਂ ਮੁੱਕਦਾ ਤੇ ਆਈ ਐਮ ਥੈਂਕਫੁਲ ਟੂ ਗੋਡ ਜਿੱਥੇ ਮੈਨੂੰ ਉਹਨੇ ਅੱਜ ਪਹੁੰਚਾਇਆ ਤੇ ਅਜੇ ਬਹੁਤ ਅੱਗੇ ਜਾਣਾ ਤੇ ਸਿੱਖ ਕੇ ਹੀ ਜਾਣਾ ਅੱਗੇ ਜੀ ਇੱਕ ਨਾ ਸਫਲ ਇਨਸਾਨ ਦੀ ਪਹਿਚਾਣ ਜਿਹੜੀ ਹੈ ਨਾ ਉਹ ਇੱਥੋਂ ਹੀ ਹੋ ਜਾਂਦੀ ਹੈ ਕਿ ਉਹ ਕਿੰਨਾ ਕੁ ਬੰਦਾ ਜ਼ਮੀਨ ਨਾਲ ਜੁੜਿਆ ਹੋਇਆ ਹੈ ਤੇ ਇਸ ਗੱਲ ਤੋਂ
ਪਤਾ ਲੱਗਦਾ ਹੈ ਕਿ ਤੁਸੀਂ ਜੇ ਮੁਕਾਮ ਤੇ ਪਹੁੰਚੇ ਹੋ ਤਾਂ ਉਹ ਐਵੇਂ ਨਹੀਂ ਮਿਲ ਗਿਆ। ਸੋ ਇਹ ਬਹੁਤ ਚੰਗੀ ਗੱਲ ਹੈ, ਡਾਊਨ ਟੂ ਅਰਥ ਹੋਣਾ ਬਹੁਤ ਵਧੀਆ ਗੱਲ ਹੈ। ਤੇ ਸਰ ਆਪਾਂ ਗੱਲ ਕਰ ਰਹੇ ਸੀਗੇ ਕਿ ਜਦੋਂ ਤੁਸੀਂ ਡਾਂਸ ਦੀ ਜਰਨੀ ਸ਼ੁਰੂ ਕੀਤੀ, ਤੁਸੀਂ ਸ਼ਹਿਰ ਨੂੰ ਛੱਡ ਕੇ ਗਏ ਹੋ, ਦੂਸਰੇ ਸ਼ਹਿਰ ਦੇ ਵਿੱਚ ਬੰਬੇ ਚਲੇ ਗਏ, ਤੇ ਆਪਣੇ ਸ਼ਹਿਰ ਨੂੰ ਛੱਡ ਕੇ ਦੂਸਰੇ ਸ਼ਹਿਰ ਦੇ ਵਿੱਚ ਜਾ ਕੇ ਕੰਮ ਕਰਨਾ, ਭਾਵੇਂ ਉਹ ਪੜ੍ਹਾਈ ਵਾਸਤੇ ਹੈ, ਚਾਹੇ ਤੁਹਾਡੀ ਜੌਬ ਵਾਸਤੇ ਹੈ ਜਾਂ ਤੁਹਾਡੇ ਕਰੀਅਰ ਵਾਸਤੇ ਹੈ ਨਾ, ਤੇ ਪ੍ਰੋਬਲਮਸ ਬਹੁਤ ਆਉਂਦੀਆਂ ਨੇ ਉੱਥੇ ਜਾ ਕੇ। ਤੇ ਤੁਹਾਨੂੰ ਕਿਹੜੀਆਂ ਪ੍ਰੋਬਲਮਸ ਫੇਸ ਕਰਨੀਆਂ ਪਈਆਂ? ਵੈਲ ਦੇਖੋ, ਇੱਦਾਂ ਦਾ ਤਾਂ ਕੋਈ ਗੱਲ ਨਹੀਂ ਸੀਗੀ। ਮੈਂ ਆਪਣੇ ਸ਼ਹਿਰ ਨਾਲ ਵੀ ਜੁੜਿਆ ਰਿਹਾ ਵਾਂ। ਜਦੋਂ ਕੰਮ ਕਰਨਾ ਜਾਣਾ ਹੁੰਦਾ ਸੀਗਾ, ਜਦੋਂ ਮੈਨੂੰ ਸ਼ੂਟਸ ਵਾਸਤੇ ਬੁਲਾਉਂਦੇ ਸੀਗੇ ਤੇ ਮੈਂ ਜ਼ਰੂਰ ਬੰਬੇ, ਦਿੱਲੀ ਜਾਂ ਕਿਤੇ ਹੋਰ ਹੁੰਦਾ ਸੀ। ਮੈਂ ਹਮੇਸ਼ਾ ਹੀ ਕਹਿੰਦਾ ਕਿ ਜਲੰਧਰ ਇਜ਼ ਮਾਈ ਬੇਸ, ਦਿੱਲੀ ਐਂਡ ਬੰਬੇ ਆਰ ਮਾਈ ਸੈਕੰਡ ਹੋਮਸ। ਤੇ ਮੈਂ ਹਮੇਸ਼ਾ ਇਸ ਚੀਜ਼ ਨੂੰ ਮੰਨ ਕੇ ਚੱਲਦਾ ਰਿਹਾ, ਤੇ ਇਸ ਕਰਕੇ ਮੈਨੂੰ ਖਾਸੀ ਉੱਥੇ ਪ੍ਰੋਬਲਮ ਨਹੀਂ ਆਈ। ਬਟ ਯੈਸ, ਡਾਂਸ ਨੂੰ ਐਸਟੈਬਲਿਸ਼ ਕਰਨਾ ਜਲੰਧਰ ਵਿੱਚ ਤੇ ਪੰਜਾਬ ਵਿੱਚ ਇੱਕ ਛੋਟੀ ਗੱਲ ਨਹੀਂ ਸੀਗੀ। ਪੰਜਾਬੀਆਂ ਦੇ ਦਿਲ 'ਚ ਪਾਉਣਾ ਕਿ ਡਾਂਸ ਵੀ ਇੱਕ ਬਹੁਤ ਹੀ ਉੱਚਾ ਕੰਮ ਹੈ। ਕਿਉਂਕਿ ਪਹਿਲੇ ਇੱਕ ਟਾਈਮ ਸੀਗਾ ਜਦੋਂ ਸਿਰਫ ਇੱਕ ਇੰਜੀਨੀਅਰਿੰਗ ਤੇ ਡਾਕਟਰ ਜਾਂ ਐਡਵੋਕੇਟ, ਉਹਨਾਂ ਨੂੰ ਹੀ ਇੱਕ ਇੱਜ਼ਤ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ। ਮੈਂ ਵੀ ਉਹਨਾਂ ਨੂੰ ਬਹੁਤ ਇੱਜ਼ਤ ਦਿੰਦਾ ਵਾਂ, ਇੱਦਾਂ ਦੀ ਗੱਲ ਨਹੀਂ, ਬਟ ਉਹਨਾਂ ਨੂੰ ਇੱਕ ਇੱਜ਼ਤ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ। ਬਟ ਡਾਂਸਿੰਗ ਵਾਜ਼ ਅ ਵੈਰੀ ਸੈਕੰਡਰੀ ਥਿੰਗ। ਤੇ ਜਦੋਂ ਮੈਂ ਆਪਣੀ ਸ਼ੁਰੂ ਕੀਤੀ ਜਰਨੀ, ਮੈਨੂੰ ਯਾਦ ਹੈ ਬੜਾ ਟਾਈਮ ਹੁੰਦਾ ਸੀ ਕਿ ਵਿੱਚੋਂ ਜਦੋਂ ਮੈਨੂੰ ਲੋਕੀ ਆ ਕੇ ਪਾਪਾ ਕੋਲ ਆ ਕੇ ਮਖੌਲ ਕਰਦੇ ਸੀ, ਇਹ ਕਿਹੜੇ ਕੰਮਾਂ ਵਿੱਚੋਂ ਕੰਮ ਹੈ, ਇਹਦੇ 'ਚੋਂ ਕਿੰਨਾ ਪੈਸੇ ਕਮਾ ਲਏਗਾ ਗਗਨ, ਬਿਕਾਜ਼ ਤੁਸੀਂ ਤਾਂ ਤੁਹਾਡਾ ਆਲਰੇਡੀ ਇੱਕ ਬਿਜ਼ਨਸ ਫੈਮਿਲੀ ਤੇ ਇੰਨੇ ਅੱਛੇ ਹੈਰੀਟੇਜ ਨੂੰ ਤੁਸੀਂ ਬਿਲੋਂਗ ਕਰਦੇ ਹੋ। ਤੇ ਜਰਨੀ ਵੱਧਦੀ ਗਈ, ਬਟ ਦੈਨ ਪਾਪਾ ਮੰਮਾ ਨੇ ਮੈਨੂੰ ਬੜੇ ਦਿਲ ਨਾਲ ਸਪੋਰਟ ਕੀਤਾ। ਕਹਿੰਦੇ ਕਿੰਨਾ ਲੈਂਦਾ ਇੱਕ ਸਟੂਡੈਂਟ ਤੋਂ? ਮੈਨੂੰ ਹਜੇ ਤੱਕ ਯਾਦ ਹੈ ਪਾਪਾ ਦੇ ਕਈ ਕੋਲੀਗਸ ਐਂਡ ਨੋਨ ਆਉਂਦੇ ਸੀਗੇ, ਤੇ ਉਹਨੇ ਕਹਿਣਾ ਕਿੰਨਾ ਲੈਂਦਾ ਹੈ? 500 ਲੈਂਦਾ ਹੈ ਇੱਕ ਬੱਚੇ ਤੋਂ। ਅੱਛਾ 10 ਨੇ 5000, ਕੀ ਕਮਾਏਗਾ 5000 ਤੋਂ, ਕੀ ਬਣੇਗਾ ਇਹਦਾ? ਐਂਡ ਸਮਹਾਓ ਮੈਂ ਆਪਣਾ ਦਿਲ ਨਹੀਂ ਛੱਡਿਆ, ਨਾ ਹੀ ਮੇਰੇ ਪੇਰੈਂਟਸ ਨੇ ਮੇਰੀ ਸਪੋਰਟ ਛੱਡੀ। ਐਂਡ ਉਹੀ ਮੈਂ ਤੁਹਾਨੂੰ ਦੱਸਿਆ ਕਿ ਇਹਦੇ ਨਾਲ ਹੀ ਨੰਬਰਸ ਰੋਲ ਕਰਦੇ ਗਏ। ਈਵਨ ਇਨਕਮ ਵੀ ਸਟਾਰਟਡ ਸੋਰਿੰਗ ਹਾਈ ਐਂਡ ਕੰਮ ਵੀ ਸਟਾਰਟਡ ਸੋਰਿੰਗ ਹਾਈ। ਸੋ ਜਿਹੜੇ ਲੋਕਾਂ ਨੇ ਇੱਕ ਟਾਈਮ ਤੇ ਟਿਚਕਰਾਂ ਮਾਰੀਆਂ ਸੀਗੀਆਂ ਜਾਂ ਮਖੌਲ ਕੀਤਾ ਸੀਗਾ ਜਾਂ ਕੁਝ ਗਲਤ ਕਿਹਾ ਸੀਗਾ, ਕਿਉਂਕਿ ਬਿਕਾਜ਼ ਲੋਕੀ ਕਹਿੰਦੇ ਸੀਗੇ ਕੁੜੀਆਂ ਵਾਲਾ ਕੰਮ ਹੈ, ਕਿਹੜੇ ਕੰਮਾਂ 'ਚੋਂ ਕੰਮ ਹੈ, ਇਟਸ ਨਾਟ ਅ ਡਿਗਨੀਫਾਈਡ ਜੌਬ। ਤੇ ਉਹੀ ਜਿਹੜੇ ਲੋਕਾਂ ਨੇ ਜੋ ਕੁਝ ਕਿਹਾ ਸੀਗਾ, ਮੈਂ ਅੱਜ ਉਹਨਾਂ ਨੂੰ ਨਮਨ ਕਰਨਾ। ਉਹਨਾਂ ਨੇ ਹੀ ਮੈਨੂੰ ਹਿੰਮਤ ਦਿੱਤੀ ਕਿ ਗਗਨ ਤੂੰ ਬਹੁਤ ਕੁਝ ਕਰਨਾ ਆਪਣੀ ਜ਼ਿੰਦਗੀ 'ਚ। ਤੇ ਅੱਜ ਅਜਿਹਾ ਟਾਈਮ ਹੈ, ਜਿਨ੍ਹਾਂ ਨੇ ਮਜ਼ਾਕ ਵੀ ਕੀਤੇ ਹਨ, ਜਿਨ੍ਹਾਂ ਨੇ ਨਹੀਂ ਵੀ ਕੀਤੇ, ਅੱਜ ਉਹੀ ਲੋਕੀ ਨੇ ਜਿਹੜੇ ਮੇਰੇ ਤੋਂ ਰਿਬਨ ਕਟਵਾਉਂਦੇ ਨੇ ਜਾਂ ਮੈਨੂੰ ਚੀਫ ਗੈਸਟ ਬੁਲਾਉਂਦੇ ਨੇ ਜਾਂ ਮੈਨੂੰ ਜੱਜ ਬੁਲਾਉਂਦੇ ਨੇ ਜਾਂ ਮੇਰੇ ਇੰਟਰਵਿਊਜ਼ ਕਰਦੇ ਨੇ। ਪਰ ਮੈਂ ਕਹਾਂਗਾ ਉਹਨਾਂ ਲੋਕਾਂ ਦੀ ਅਗਰ ਜ਼ਿੰਦਗੀ 'ਚ ਕਹਿੰਦੇ ਨਾ ਤੁਹਾਨੂੰ ਕੋਈ ਕੁਝ ਕਹਿਣ ਵਾਲਾ ਨਾ ਹੋਏ, ਤੇ ਜ਼ਿੰਦਗੀ ਅਗਰ ਸਮੂਥਲੀ ਚੱਲਦੀ ਰਹਿੰਦੀ ਨਾ, ਤੁਸੀਂ ਉਸ ਰਸਤੇ ਤੇ ਵੀ ਨਹੀਂ ਪਹੁੰਚ ਪਾਉਂਦੇ ਹੋ। ਤੇ ਜਦੋਂ ਤੁਹਾਨੂੰ ਕੋਈ ਇਹੋ ਜਿਹੇ ਲੋਕੀ ਤੁਹਾਨੂੰ ਜਦੋਂ ਗਾਈਡ ਕਰਦੇ ਨੇ, ਤਾਂ ਮੇਰਾ ਖਿਆਲ ਹੈ ਉਹੀ ਟਾਈਮ ਹੁੰਦਾ ਹੈ ਜਦੋਂ ਤੁਹਾਡੀ ਲਾਈਫ 'ਚ ਟਰਨਿੰਗ ਪੁਆਇੰਟ ਆਉਂਦਾ ਹੈ। ਐਂਡ ਉਸ ਟਰਨਿੰਗ ਪੁਆਇੰਟ ਨਾਲ ਹੀ ਤੁਸੀਂ ਬਹੁਤ ਅੱਗੇ ਨਿਕਲ ਜਾਂਦੇ ਹੋ। ਸੋ ਕਰਦੇ ਕਰਾਂਦੇ ਇੱਦਾਂ ਹੀ ਜਰਨੀ ਵੱਧਦੀ ਗਈ, ਤੇ ਮੇਰੇ ਉੱਤੇ ਪਿੱਛੇ ਕਰਕੇ ਹਾਲ ਹੀ ਵਿੱਚ ਤੇ ਨਹੀਂ ਕਵਾਂਗਾ, ਆਲਮੋਸਟ 4-5 years ਬੈਕ ਰਿਸਰਚ ਹੋਈ ਸੀਗੀ ਡਾਂਸ ਉੱਤੇ, ਜਦੋਂ ਮੇਰੇ 3.5 ਲੱਖ ਸਟੂਡੈਂਟਸ ਬਾਰੇ ਮੈਂ ਦੱਸ ਰਿਹਾ ਸੀਗਾ। ਤੇ ਮੈਨੂੰ ਲੰਡਨ ਤੋਂ ਆਥਰ ਆਏ ਸੀਗੇ ਐਨਾ ਮੌਕਮ, ਜਿਨ੍ਹਾਂ ਨੇ ਮੈਨੂੰ ਮੇਰੇ ਉੱਤੇ ਪੂਰੀ ਰਿਸਰਚ ਕਰਕੇ ਮੈਨੂੰ ਇੰਡੀਆ ਦੇ ਟੌਪ 10 ਕੋਰੀਓਗ੍ਰਾਫਰਸ ਵਿੱਚ ਰੱਖਿਆ। ਵਾਹ, ਕੀ ਬਾਤ ਹੈ। ਤੇ ਉਹ ਬੜਾ ਹੀ ਮਾਣ ਮਹਿਸੂਸ ਹੋਇਆ, ਕੋਈ ਉਹ ਵੀ ਲੰਡਨ ਤੋਂ ਆ ਕੇ ਮੇਰੇ ਉੱਤੇ ਰਿਸਰਚ ਕਰ ਰਹੇ ਨੇ। ਤੇ ਉਹਨਾਂ ਨੇ ਬੁੱਕ ਕੱਢੀ ਸੀਗੀ ਇਲਿਸਿਟ ਵਰਲਡ ਆਫ ਇੰਡੀਅਨ ਡਾਂਸ, ਐਂਡ ਉਸ ਬੁੱਕ ਵਿੱਚ ਜਿਹੜਾ ਚੈਪਟਰ ਹੈ, ਇਹ ਬੁੱਕ ਵਿੱਚ ਉਹ ਮੇਰਾ ਚੈਪਟਰ ਮੇਰਾ ਮੈਂਸ਼ਨ ਹੈ ਕਿ ਜੀ ਸ਼ਾਮਕ ਡਾਵਰ ਜੀ ਦੇ ਨਾਲ, ਜਿਹੜੇ ਇੰਡੀਆ ਦੇ ਆਲਰੇਡੀ ਬੜੇ ਉੱਗੇ ਕੋਰੀਓਗ੍ਰਾਫਰ ਨੇ। ਐਂਡ ਤੇ ਮੈਨੂੰ ਬੜਾ ਮਾਣ ਮਹਿਸੂਸ ਹੋਇਆ ਉਸ ਵੇਲੇ। ਉਸ ਤੋਂ ਬਾਅਦ ਹੀ ਮੈਨੂੰ ਜਿਹੜੀ ਗੱਦੀ ਮਿਲੀ ਸੀਗੀ ਆਲ ਇੰਡੀਆ ਡਾਂਸ ਸਪੋਰਟ ਫੈਡਰੇਸ਼ਨ, ਜਿਹਨੂੰ ਓਲੰਪਿਕਸ ਤੋਂ ਮਾਨਤਾ ਪ੍ਰਾਪਤ ਹੈ, ਤੇ ਮੈਨੂੰ ਚੀਫ ਟੈਕਨੀਕਲ ਡਾਇਰੈਕਟਰ ਦੀ ਉਸ ਤੋਂ ਬਾਅਦ ਗੱਦੀ ਮਿਲੀ ਸੀਗੀ। ਐਂਡ ਮੇਰੇ ਤੋਂ ਪਹਿਲੇ ਸੀਟ ਉੱਤੇ ਸੰਦੀਪ ਸੁਪਾਰਕਰ ਜੀ ਤੇ ਕ੍ਰਿਤੀ ਸਨਨ ਐਂਡ ਕਾਫੀ ਲੋਕੀ ਸੀਗੇ। ਅੱਜ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਜਦੋਂ ਓਲੰਪਿਕਸ ਦਾ ਟਾਈਮ ਆਇਆ ਤੇ ਇਸ ਸੀਟ ਉੱਤੇ ਆਈ ਐਮ ਦੇਅਰ। ਐਂਡ ਨਹੀਂ ਸਰ, ਇਹ ਮਾਣ ਜਿਹੜਾ ਪੂਰੇ ਪੰਜਾਬੀਆਂ ਵਾਸਤੇ, ਪੂਰੇ ਇੰਡੀਆ ਵਾਸਤੇ ਹੈ। ਬਿਲਕੁਲ, ਇਹ ਤੇ ਜੀ ਉਸ ਪਰਮਪਿਤਾ ਪਰਮੇਸ਼ਵਰ ਦੀ ਮਿਹਰ ਹੈ, ਤੁਹਾਡੇ ਸਭ ਦਾ ਸਾਥ ਹੈ। ਐਂਡ ਆਈ ਫੀਲ ਵੈਰੀ ਵੈਰੀ ਥੈਂਕਫੁਲ ਕਿ ਪਰਮਾਤਮਾ ਨੇ ਇਹੋ ਜਿਹਾ ਦਿਨ ਲੈ ਕੇ ਆਏ। ਐਂਡ ਹੁਣ ਇੱਦਾਂ ਹੈ ਕਿ ਅਸੀਂ ਆਪਣੀ ਵੀ ਆਰ ਬ੍ਰੇਕਿੰਗ ਨੂੰ, ਬ੍ਰੇਕ ਡਾਂਸ ਨੂੰ ਬ੍ਰੇਕਿੰਗ ਦਾ ਨਾਮ ਦਿੱਤਾ ਗਿਆ ਤੇ ਅਸੀਂ ਓਲੰਪਿਕਸ ਵਿੱਚ 2024 ਜਿਹੜੀ ਪੈਰਿਸ 'ਚ ਹੋਣ ਜਾ ਰਹੀਆਂ ਨੇ,
ਤੇ ਆਪਣੀ ਟੀਮ ਆਲ ਇੰਡੀਆ ਡਾਂਸ ਸਪੋਰਟ ਫੈਡਰੇਸ਼ਨ ਵੱਲੋਂ ਬ੍ਰੇਕਿੰਗ ਦੀ ਟੀਮ ਲੈ ਕੇ ਪੈਰਿਸ ਜਾਵਾਂਗੇ ਜੀ 2024 ਚ ਐਂਡ ਬੜੇ ਮਾਣ ਮਹਿਸੂਸ ਹੁੰਦਾ ਹੈ ਕਿ ਸ਼ੁਕਰ ਹੈ ਪ੍ਰਮਾਤਮਾ ਨੇ ਅਜਿਹਾ ਵਕਤ ਬਖਸ਼ਿਆ ਹੈ, ਕਿਉਂਕਿ ਪਹਿਲੇ ਸਿਰਫ ਡਾਂਸ ਨੂੰ ਇੱਕ ਕਲਾ ਵਜੋਂ ਦੇਖਿਆ ਜਾਂਦਾ ਸੀਗਾ। ਹੁਣ ਜਿਵੇਂ ਤੁਸੀਂ ਪੁੱਛ ਰਹੇ ਸੀਗੇ ਕਿ ਖੇਡ ਵਾਂਗੂ ਖੇਡਿਆ ਜਾਏਗਾ, ਖੇਡਿਆ ਜ਼ਰੂਰ ਖੇਡ ਵਾਂਗੂ ਹੀ ਜਾਏਗਾ, ਬਟ ਰਹੇਗਾ ਡਾਂਸ ਹੀ ਰਹੇਗਾ। ਹਾਂਜੀ ਰਹੇਗਾ ਡਾਂਸ ਹੀ, ਬਟ ਉਹਦਾ ਪੂਰੀ ਪ੍ਰੋਪਰ ਚੈਂਪੀਅਨਸ਼ਿਪਸ ਹੋਣਗੀਆਂ ਤੇ ਜਿਹੜੀਆਂ ਸਾਡੀਆਂ ਚੈਂਪੀਅਨਸ਼ਿਪਸ ਨੇ ਉਹ ਲਾਈਕ ਆਲਮੋਸਟ ਸ਼ੁਰੂ ਹੋਣ ਵਾਲੀਆਂ ਨੇ। ਨੈਸ਼ਨਲਸ ਤੇ ਸਾਡੇ ਮਹਾਰਾਸ਼ਟਰ ਤੋਂ ਜਿਵੇਂ ਪਿੱਛੇ ਕਰਕੇ ਆਇਆ ਸੈਮੀਨਾਰ, ਤੇ ਆਲਮੋਸਟ ਸਾਡੇ ਨੈਸ਼ਨਲ ਚੈਂਪੀਅਨਸ਼ਿਪਸ ਹੋਣਗੀਆਂ, ਡਿਸਟ੍ਰਿਕਟ ਸਟੇਟ ਲੈਵਲ ਚੈਂਪੀਅਨਸ਼ਿਪਸ, ਫਿਰ ਇੰਟਰਨੈਸ਼ਨਲ ਚੈਂਪੀਅਨਸ਼ਿਪਸ ਵੀ ਹੈਗੀਆਂ ਨੇ। ਤੇ ਆਉਣ ਵਾਲੇ ਟਾਈਮ 'ਚ ਸਾਡੇ ਹੋਰ ਵੀ ਗੇਮਸ 'ਚ ਇਹੀ ਬ੍ਰੇਕਿੰਗ ਹੀ ਹੈ ਜਿਹੜਾ ਰਿਪਰੈਜ਼ੈਂਟ ਕਰੇਗਾ ਸਾਊਥ ਈਸਟ ਏਸ਼ੀਅਨ ਗੇਮਸ ਜਿਹੜੀਆਂ ਵੀਅਤਨਾਮ 'ਚ ਹੋ ਰਹੀਆਂ ਨੇ, ਐਂਡ ਦੈਨ ਯੂਥ ਓਲੰਪਿਕ ਗੇਮਸ ਨੇ ਜਿਹੜੀਆਂ ਚਾਈਨਾ 'ਚ ਹੋਣੀਆਂ ਨੇ, ਐਂਡ ਦੈਨ ਉਸ ਤੋਂ ਬਾਅਦ ਸਾਡੀਆਂ ਇੰਡੋਨੇਸ਼ੀਆ ਗੇਮਸ ਨੇ ਵਿਚ ਇਜ਼ ਗੋਇੰਗ ਟੂ ਹੈਪਨ ਇਨ ਥਾਈਲੈਂਡ, ਐਂਡ ਤੇ ਹੋਰ ਵੀ ਓਲੰਪਿਕਸ ਦੀ ਜਿਹੜੀਆਂ ਇੰਟਰਨੈਸ਼ਨਲ ਚੈਂਪੀਅਨਸ਼ਿਪਸ ਹੋਣਗੀਆਂ, ਵਿਚ ਇਜ਼ ਇੱਕ ਮੇਰਾ ਖਿਆਲ 2022 ਚ ਹੈਗੀ ਹੈ ਬਰਮਿੰਗਮ 'ਚ, ਤੇ ਕਾਫੀ ਜਗ੍ਹਾ ਤੇ ਹੋ ਰਹੀਆਂ ਨੇ, ਤੇ ਸਾਡਾ ਇੰਡੀਆ ਹਰ ਪਾਸੇ ਰਿਪਰੈਜ਼ੈਂਟ ਕਰੇਗਾ। ਬਹੁਤ ਸੋਹਣੀ ਗੱਲ ਹੈ ਜੀ। ਸਰ ਤੁਸੀਂ ਗੱਲ ਕੀਤੀ ਕਿ ਜਿੱਦਾਂ ਆਸ-ਪਾਸ ਦੇ ਲੋਕ ਬੜੇ ਟਿਚਰਾਂ ਕਰਦੇ ਸੀ ਕਿ ਛੱਡ ਪਰੇ ਰਹਿਣ ਦੇ, ਪਰਿਵਾਰ ਨੇ ਵੀ ਕਦੀ ਕਿਹਾ ਕਿ ਰਹਿਣ ਦੇ, ਹੁਣ ਰਹਿਣ ਦੇ, ਨਾ ਕਰ ਡਾਂਸ? ਨਹੀਂ, ਕਦੇ ਵੀ ਨਹੀਂ ਕਿਹਾ। ਟੂ ਬੀ ਵੈਰੀ ਫਰੈਂਕ ਮੈਂ ਕਹਾਂਗਾ ਇਹਦਾ ਮੈਂ ਬਹੁਤ ਆਪਣਾ ਜਿਹੜੀ ਸਾਰੀ ਇਹਦੀ ਸ਼੍ਰੇਅ ਹੈ ਮੈਂ ਆਪਣੇ ਮਾਤਾ ਜੀ ਕੰਚਨ ਬੇਦੀ ਐਂਡ ਪਿਤਾ ਜੀ ਪ੍ਰਦੀਪ ਸਿੰਘ ਬੇਦੀ ਐਂਡ ਮੇਰੀ ਸਿਸਟਰ ਜੈਸਮਿਨ ਬੇਦੀ, ਐਂਡ ਇਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ, ਐਂਡ ਮੇਰੇ ਦਾਦਾ ਦਾਦੀ ਜੀ ਨੇ ਵੀ ਮੈਨੂੰ ਬਹੁਤ ਸਪੋਰਟ ਕੀਤਾ। ਹਾਲਾਂਕਿ ਮੇਰਾ ਜਿਹੜਾ ਸਟੂਡੀਓ ਸੀਗਾ ਜਲੰਧਰ ਵਿੱਚ, ਉਹਦਾ ਨਾਂ ਹੀ ਪਰਲਸ ਡਾਂਸ ਸਟੂਡੀਓ ਸੀਗਾ, ਐਂਡ ਮੇਰੀ ਦਾਦੀ ਜੀ ਦਾ ਨਾਮ ਪਰਲ ਬੇਦੀ ਹੈ। ਅੱਛਾ। ਤੇ ਮੈਂ ਉਹਨਾਂ ਦੇ ਨਾਂ ਤੇ ਹੀ ਰੱਖਿਆ ਹੋਇਆ ਸੀਗਾ। ਤੇ ਘਰ ਵਾਲਿਆਂ ਤੋਂ ਮੈਨੂੰ ਕਦੀ ਮੁਸ਼ਕਿਲ ਨਹੀਂ, ਰਾਦਰ ਬਾਹਰ ਵਾਲਿਆਂ ਤੋਂ ਜ਼ਰੂਰ ਮੁਸ਼ਕਿਲ ਹੈ। ਘਰ ਵਾਲਿਆਂ ਨੇ ਮੈਨੂੰ ਹਰ ਜਗ੍ਹਾ ਜਿੱਥੇ ਵੀ ਪੋਸੀਬਲ ਸੀਗਾ ਮੈਨੂੰ ਸਪੋਰਟ ਕੀਤਾ, ਐਂਡ ਅਗਰ ਅੱਜ ਮੈਂ ਕਿੱਥੇ ਵੀ ਪਹੁੰਚਿਆ ਤੇ ਸਭ ਤੋਂ ਪਹਿਲੇ ਮੈਂ ਆਪਣੇ ਮਾਤਾ ਪਿਤਾ ਦਾ ਸ਼ੁਕਰੀਆ ਅਦਾ ਕਰਾਂਗਾ, ਐਂਡ ਉਸ ਤੋਂ ਉੱਪਰ ਸਾਡੇ ਪਰਮ ਪਿਤਾ ਪਰਮੇਸ਼ਵਰ ਦਾ, ਐਂਡ ਸਾਡੇ ਮੈਂਟਰਸ ਦਾ ਜੀ, ਜਿਨ੍ਹਾਂ ਨੇ ਮੇਰਾ ਹਰ ਵੇਲੇ ਮੇਰਾ ਬਹੁਤ ਸਾਥ ਦਿੱਤਾ। ਤੇ ਜੇ ਹੁਣ ਗੱਲ ਕਰੀਏ ਕਿ ਇਸ ਵੇਲੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ? ਮੇਰੇ ਮਾਤਾ ਜੀ ਨੇ, ਫਾਦਰ ਨੇ, ਐਂਡ ਮੇਰੀ ਸਿਸਟਰ ਹੈ। ਆਈ ਐਮ ਅਨਮੈਰਿਡ। ਅੱਛਾ, ਮੈਂ ਬਸ ਘੁਮਾ ਕੇ ਗੱਲ ਕੀਤੀ ਸੀ। ਠੀਕ ਹੈ। ਤੇ ਫਿਰ ਅੱਗੇ ਫਿਊਚਰ ਦੇ ਬਾਰੇ ਹਜੇ ਤੱਕ ਕਿਉਂ ਨਹੀਂ ਸੋਚਿਆ? ਵੈਲ ਦੇਖੋ, ਜਿਹੜੀ ਕਲਾ ਦੀ ਲਾਈਨ ਹੈ ਨਾ, ਕਲਾ ਦੀ ਲਾਈਨ ਵਿੱਚ ਤੁਹਾਨੂੰ ਬਹੁਤ ਆਪਣੇ ਆਪ ਨੂੰ ਸਮਰਪਿਤ ਕਰਨਾ ਪੈਂਦਾ ਕਲਾ ਨੂੰ। ਜਿਹੜੇ ਮੇਰੇ ਗਰੋਇੰਗ ਈਅਰਸ ਸੀਗੇ, ਕਿਉਂਕਿ ਬਿਕਾਜ਼ ਮੈਂ ਆਪਣੇ ਆਪ ਨੂੰ ਸੋਚਿਆ ਕਿ ਮੇਰਾ ਵਿਆਹ ਕਲਾ ਦੇ ਨਾਲ ਹੀ ਹੋ ਗਿਆ ਹੈਗਾ, ਟੂ ਬੀ ਵੈਰੀ ਫਰੈਂਕ, ਐਂਡ ਮੈਂ ਉਸ ਨੂੰ ਬੜੇ ਦਿਲ ਨਾਲ ਉਹਦੀ ਸਾਧਨਾ ਕੀਤੀ। ਅਗਰ ਅੱਜ ਕਿੱਥੇ ਪਹੁੰਚਿਆ, ਬਿਕਾਜ਼ ਜਲੰਧਰ ਵਰਗੀ ਸਿਟੀ ਤੋਂ ਇੰਟਰਨੈਸ਼ਨਲ ਲੈਵਲ ਤੇ ਪਹੁੰਚਣਾ ਇੱਕ ਕੋਈ ਛੋਟੀ ਗੱਲ ਹੈ ਹੀ ਨਹੀਂ ਹੈ। ਮਤਲਬ ਉਹ ਵੀ, ਮਤਲਬ ਮੈਂ ਕਹਾਂਗਾ, ਮੈਂ ਨਹੀਂ ਕਹਾਂਗਾ, ਮੈਂ ਕਰਨ ਵਾਲਾ ਨਹੀਂ, ਉਹਦੀ ਮਿਹਰ ਹੈਗੀ ਹੈ, ਬਟ ਦੈਨ ਐਟ ਦ ਸੇਮ ਟਾਈਮ ਵਿਆਹ, but of course it is in pipeline, and I was seeing someone ਪਿੱਛੇ ਕਰਕੇ, but then I had a breakup, and let's see in future। ਮੈਂ ਇਹੀ ਕਹਿਣਾ, ਪਰਮਾਤਮਾ ਆਪਣੇ ਵਰਗਾ ਹੀ ਕੋਈ ਇਹ ਜਿਹਾ ਸੋਲ ਭੇਜੀ who connects with me, and you know ਜਿਹਦੇ ਨਾਲ ਮੈਂ actually ਟਰੂ ਫੁਲਫਿਲਿੰਗ ਲਾਈਫ ਜੀ ਸਕਾਂ, ਐਂਡ ਗਲਤ ਰਸਤੇ ਵੱਲ ਕਦੇ ਨਾ ਪਾਵਾਂ, ਐਂਡ ਮੈਨੂੰ ਆਪਣੇ ਸਹੀ ਰਸਤੇ ਤੇ ਆਪਣੀ ਗਾਈਡੈਂਸ ਦੇ ਅੰਡਰ ਹਮੇਸ਼ਾ ਰੱਖੀ। ਬਿਲਕੁਲ ਦੁਆ ਕਰਦੇ ਹਾਂ ਕਿ ਤੁਹਾਨੂੰ ਤੁਹਾਡਾ ਜੀਵਨ ਸਾਥੀ ਵੀ ਜਲਦੀ ਮਿਲੇ, ਜਿਸ ਹਿਸਾਬ ਨਾਲ ਤੁਸੀਂ ਆਪਣੀ ਜ਼ਿੰਦਗੀ 'ਚ ਅੱਗੇ ਵਧ ਰਹੇ ਹੋ, ਇਸੇ ਹੀ ਤਰ੍ਹਾਂ ਦਾ ਜੀਵਨ ਸਾਥੀ ਵੀ ਤੁਹਾਨੂੰ ਮਿਲੇ ਜਿਹੜਾ ਕਿ ਤੁਹਾਡੀ ਤਰੱਕੀ ਨੂੰ ਹੋਰ ਵਧਾਵੇ। ਸੋ ਇਸੇ ਦੇ ਨਾਲ ਹੀ ਇੱਥੇ ਵੇਲਾ ਹੋ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ। ਅੱਜ ਸਾਡੇ ਸਟੂਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਗਗਨ ਵੇਦੀ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਗੱਲ ਪੰਜਾਬ ਦੀ, ਤੇ ਅੱਜ ਸਾਡੇ ਨਾਲ ਜੋ ਮਹਿਮਾਨ ਮੌਜੂਦ ਨੇ, ਤੁਹਾਨੂੰ ਅਸੀਂ ਉਹਨਾਂ ਬਾਰੇ ਦੱਸ ਚੁੱਕੇ ਹਾਂ, ਔਰ ਉਹ ਵੀ ਆਪਣੇ ਬਾਰੇ ਬਹੁਤ ਸਾਰੀਆਂ ਗੱਲਾਂ ਸਾਨੂੰ ਦੱਸ ਰਹੇ ਨੇ। ਸੋ ਹੌਲੀ ਹੌਲੀ ਪੂਜਾ ਜੀ ਕਢਵਾ ਵੀ ਰਹੇ। ਸਾਡਾ ਤਾਂ ਕੰਮ ਹੀ ਇਹ ਹੈ ਨਾ। ਸੋ ਗਗਨ ਵੇਦੀ ਜੀ, ਹੁਣ ਆਪਾਂ ਅੱਗੇ ਵਧਦੇ ਹਾਂ, ਅੱਗੇ ਗੱਲ ਕਰਦੇ ਹਾਂ ਕਿ ਜਦੋਂ ਤੁਸੀਂ ਅਕੈਡਮੀ ਇੱਥੇ ਸ਼ੁਰੂ ਕਰ ਲਈ ਜਲੰਧਰ ਦੇ ਵਿੱਚ, ਦੈਨ ਕਿੰਨੇ ਟਾਈਮ ਬਾਅਦ ਉਹਦੀਆਂ ਹੋਰ ਬ੍ਰਾਂਚਿਸ ਕਿੱਥੇ ਫਿਰ ਤੁਸੀਂ ਓਪਨ ਕੀਤੀਆਂ? ਵੈਲ ਅਕੈਡਮੀ ਦੀ ਸਾਲ ਬਾਅਦ ਹੀ ਅਸੀਂ ਲੁਧਿਆਣਾ ਬ੍ਰਾਂਚ ਖੋਲ ਦਿੱਤੀ ਸੀਗੀ। ਅੱਛਾ।
ਫਿਰ ਉਸ ਤੋਂ ਬਾਅਦ ਚੰਡੀਗੜ੍ਹ, ਦਿੱਲੀ ਐਂਡ ਆਲ ਮੇਰੇ ਕੈਂਪਸ ਲੱਗਦੇ ਰਹੇ, ਬਟ ਬੇਸਿਕ ਮੇਨ ਬ੍ਰਾਂਚਸ ਜਨਰਲੀ ਜਲੰਧਰ ਐਂਡ ਲੁਧਿਆਣਾ ਵਿੱਚ ਸੀਗੀਆਂ। ਬਟ ਉਸ ਤੋਂ ਬਾਅਦ ਇਹ ਸੀਗਾ ਕਿ ਸਾਡੇ ਕੈਂਪਸ ਇੰਨੇ ਇੰਡੀਆ ਵਿੱਚ ਲੱਗਣੇ ਸ਼ੁਰੂ ਹੋ ਗਏ, ਦੈਨ ਬ੍ਰਾਂਚਸ ਵੱਲ ਜ਼ਿਆਦਾ ਧਿਆਨ ਨਹੀਂ ਗਿਆ, ਵਰਕਸ਼ਾਪਸ ਲੱਗਦੀਆਂ ਰਹੀਆਂ ਹਰ ਜਗ੍ਹਾ ਤੇ ਜਾ ਕੇ। ਜੀ ਐਂਡ ਇਟ ਵਾਸ ਅ ਬਿਊਟੀਫੁਲ ਜਰਨੀ ਦੋ। ਜੀ ਜਦੋਂ ਤੁਸੀਂ ਅਕੈਡਮੀ ਦੇ ਵਿੱਚ ਸਟੂਡੈਂਟਸ ਲੈਂਦੇ ਹੋ ਤੇ ਕੋਈ ਮਤਲਬ ਟ੍ਰਾਇਲ ਵਗੈਰਾ ਵੀ ਕਰਦੇ ਹੋ ਜਾਂ ਫਿਰ ਸਿੱਧਾ ਕੋਈ ਵੀ ਆ ਕੇ ਅਕੈਡਮੀ ਜੁਆਇਨ ਕਰ ਸਕਦਾ ਹੈ? ਅਕੈਡਮੀ ਦਾ ਤੇ ਹੁੰਦਾ ਸੀਗਾ ਜੀ ਕਿ ਬੇਸਿਕਲੀ ਮੈਂ ਕਹਿੰਦਾ ਸੀਗਾ ਜਿਹੜਾ ਬੰਦਾ ਦਿਲੋਂ ਖੁਸ਼ ਹੈ ਉਹ ਨੱਚ ਸਕਦਾ ਹੈਗਾ। ਵਾਹ, ਬਿਕਾਜ਼ ਸਭ ਤੋਂ ਵੱਡੀ ਗੱਲ ਹੀ ਹੈ ਜ਼ਿੰਦਗੀ 'ਚ ਅਸੀਂ ਸਾਰੇ ਕੀ ਕਰ ਰਹੇ ਹਾਂ ਇਸ ਵੇਲੇ, ਅਸੀਂ ਉਹਦੇ ਇਸ਼ਾਰਿਆਂ ਤੇ ਨੱਚ ਰਹੇ ਹਾਂ। ਜਿਹੜਾ ਪ੍ਰਮਾਤਮਾ ਸਾਨੂੰ ਜੋ ਕਰਵਾ ਰਿਹਾ ਅਸੀਂ ਉਹਦੇ ਇਸ਼ਾਰਿਆਂ ਤੇ ਨੱਚ ਰਹੇ ਹਾਂ। ਐਂਡ ਅਗਰ ਜੈਨੂਇਨਲੀ ਨੱਚਣਾ ਚਾਹੁੰਦੇ ਹਾਂ ਤੇ ਜਦੋਂ ਕੋਈ ਅਗਰ ਮੇਰੇ ਸਟੂਡੀਓ 'ਚ ਵੀ ਆਉਂਦਾ ਹੈ, ਜਦ ਤੱਕ ਉਹਨਾਂ ਦਾ ਦਿਲ ਨਹੀਂ ਇੱਥੋਂ ਖੁਸ਼ ਹੈ, ਪ੍ਰਸੰਨ ਹੈ, ਅਗਰ ਮੈਂ ਉਹਨਾਂ ਨੂੰ ਖੁਸ਼ ਨਹੀਂ ਕਰ ਸਕਦਾ ਤੇ ਮੈਂ ਉਹਨਾਂ ਨੂੰ ਡਾਂਸ ਵੀ ਨਹੀਂ ਸਿਖਾ ਸਕਦਾ। ਸਭ ਤੋਂ ਪਹਿਲਾਂ ਕਿ ਉਹਨਾਂ ਨੂੰ ਖੁਸ਼ੀ ਦੇਣੀ ਹੈ। ਮੈਨੂੰ ਅਜੇ ਤੱਕ ਯਾਦ ਹੈ ਮੇਰੇ ਸਟੂਡੀਓ 'ਚ ਆ ਕੇ ਡਾਂਸ ਦੀ ਸਿੱਖਿਆ ਤੇ ਦਿੰਦੇ ਸੀਗੇ, ਬਟ ਸਭ ਤੋਂ ਜ਼ਿਆਦਾ ਜ਼ਰੂਰੀ ਕੀ ਸੀ ਕਿ ਮੇਰੇ ਇੱਦਾਂ ਦੇ ਲੇਡੀਜ਼ ਆਈਆਂ, ਇਟ ਵਾਸ ਸੋ ਮਤਲਬ ਮੈਨੂੰ ਉਸ ਵੇਲੇ I was awarded as the revolutionist in dance. We brought a dance revolution to India because ਪੰਜਾਬ ਵੱਲ ਤੇ ਡਾਂਸ ਨੂੰ ਉਹ ਚੀਜ਼ ਮਤਲਬ ਪਹਿਲੇ ਉਸ ਇੱਜ਼ਤ ਨਾਲ ਦੇਖਿਆ ਹੀ ਨਹੀਂ ਜਾਂਦਾ ਸੀਗਾ। ਮਤਲਬ ਕਹਿੰਦੇ ਸੀਗੇ ਡਾਂਸ ਇਜ਼ ਜਸਟ ਰੈਗੂਲਰ ਥਿੰਗ, ਯੂ ਨੋ, ਮਤਲਬ ਠੀਕ ਹੈ ਸਿਰਫ ਸ਼ਾਦੀ ਵਿਆਹ ਤੇ ਨੱਚ ਲਿਆ ਜਾਂ ਵੱਧ ਤੋਂ ਵੱਧ ਬੱਚਿਆਂ ਦਾ ਡਾਂਸ ਕੰਪੀਟੀਸ਼ਨ ਹੋ ਗਿਆ, ਨਥਿੰਗ ਬਿਯੋਂਡ ਦੈਟ। ਬਾਅਦ 'ਚ ਜਦੋਂ ਲੋਕਾਂ ਨੂੰ ਪਤਾ ਚੱਲਿਆ ਕਿ ਡਾਂਸ ਇੰਨਾ ਕੁਛ ਹੈ ਤੇ ਅੱਜ ਤੇ ਚਲੋ ਜਦੋਂ ਓਲੰਪਿਕਸ 'ਚ ਆ ਗਿਆ ਤੇ ਲੋਕਾਂ ਦੀ ਉਦਾਂ ਹੀ ਨਜ਼ਰ ਹੁਣ ਬਿਲਕੁਲ ਬਦਲ ਗਈ ਹੈ। ਤੇ ਬਟ ਦੈਨ ਯੂ ਨੋ ਇਟ ਵਾਸ ਇਟ ਕਿ ਸਭ ਕੁਝ ਕਰਦੇ ਕਰਾਂਦੇ ਜਦੋਂ ਅਸੀਂ ਮੇਰੇ ਕੋਲ ਕੋਈ ਡਾਂਸ ਸਿੱਖਣ ਆਉਂਦਾ ਵੀ ਸੀਗਾ ਤੇ ਲੇਡੀਜ਼ ਤੇ ਜੈਂਟਸ ਕੀ ਫਰਸਟ ਕੰਪਲੀਮੈਂਟ ਹੁੰਦਾ ਸੀਗਾ ਜਦੋਂ ਤੇ ਅਸੀਂ ਗਗਨ ਬੇਦੀ ਦੇ ਡਾਂਸ ਸਟੂਡੀਓ 'ਚ ਆਉਣਾ ਸ਼ੁਰੂ ਕੀਤਾ ਹੈ, ਸਾਰਾ ਡਿਪਰੈਸ਼ਨ ਖਤਮ ਹੋ ਗਿਆ। ਦ ਫਰਸਟ ਥਿੰਗ ਵਾਸ ਦਿਸ। ਦ ਸੈਕੰਡ ਯੂਜ਼ਡ ਟੂ ਬੀ ਸਾਡੀ ਨਰਵਸਨੈਸ ਖਤਮ ਹੋ ਗਿਆ ਹੈ। ਕੋਈ ਆਂਦਾ ਸੀ ਪੇਰੈਂਟਸ ਆ ਕੇ ਆਪਣੇ ਬੱਚਿਆਂ ਬਾਰੇ ਕਹਿੰਦੇ ਸੀ ਸਾਡੇ ਬੱਚੇ ਇੰਨੇ ਖੁਸ਼ ਰਹਿੰਦੇ ਤੇ ਦੇ ਵਾਂਟ ਟੂ ਬੀ ਐਟ ਦ ਡਾਂਸ ਸਟੂਡੀਓ। ਸਰ ਡਾਂਸ ਤੇ ਉਹ ਸਿੱਖ ਹੀ ਰਹੇ ਨੇ ਪਰ ਉਹ ਅਸਲ ਜੀਣਾ ਸਿੱਖਦੇ ਪਏ ਨੇ। ਤੇ ਮੈਂ ਲੋਕਾਂ ਨੂੰ ਅੱਜ ਵੀ ਇਹ ਕਹਾਂਗਾ ਕਿ ਅਗਰ ਵਾਕਈ ਤੁਸੀਂ ਆਪਣੀ ਜ਼ਿੰਦਗੀ 'ਚ ਤਣਾਅ ਮੁਕਤ ਹੋਣਾ ਚਾਹੁੰਦੇ ਹੋ, ਖੁਸ਼ ਰਹਿਣਾ ਚਾਹੁੰਦੇ ਹੋ, ਕਹਿਣਾ ਬੜਾ ਸੌਖਾ ਹੈ। ਸਾਰੇ ਲੋਕੀ ਕਹਿੰਦੇ ਹਾਂਜੀ ਡਾਂਸ ਸਿੱਖ ਲਓ ਤਣਾਅ ਮੁਕਤ ਹੋ ਜਾਓਗੇ। ਇੱਕ ਵਾਰੀ ਟਰਾਈ ਕਰਕੇ ਦੇਖੋ, ਬਟ ਐਟ ਦ ਰਾਈਟ ਡਾਂਸ ਸਟੂਡੀਓ ਜਾ ਕੇ ਦੇਖੋ। ਮਤਲਬ ਜੋ ਖੁਸ਼ੀ ਤੁਹਾਨੂੰ ਉਸ ਵੇਲੇ ਮਿਲਦੀ ਹੈ, ਉਹ ਘੰਟੇ ਦੀ ਖੁਸ਼ੀ ਜਿਹੜੀ ਹੁੰਦੀ ਹੈ ਨਾ, ਉਹ ਤੁਹਾਨੂੰ ਸਾਰੀ ਅਗਲੀ ਪਿਛਲੀ ਨਾ ਜਿਹੜੀ ਪ੍ਰੋਬਲਮਸ ਨੇ ਉਹ ਕੱਟ ਆਊਟ ਕਰ ਦਿੰਦੀ। ਡਾਂਸ ਇਟਸੈਲਫ ਇਜ਼ ਅ ਮੈਡੀਟੇਸ਼ਨ। ਬਿਕਾਜ਼ ਮੈਨੂੰ ਯਾਦ ਹੈ ਅਸੀਂ ਜਦੋਂ ਸ਼ੁਰੂ ਕੀਤਾ ਸੀਗਾ ਤੇ ਅਸੀਂ ਥੈਰੇਪਿਊਟਿਕ ਡਾਂਸ ਵੀ ਇੰਟਰੋਡਿਊਸ ਕੀਤਾ ਸੀਗਾ, ਜਿੱਥੇ ਲੋਕਾਂ ਦੀਆਂ ਮੈਨੂੰ ਨਹੀਂ ਪਤਾ, ਮੈਂ ਨਹੀਂ ਕਰਨ ਵਾਲਾ, ਉਹ ਪਰਮਪਿਤਾ ਪਰਮੇਸ਼ਵਰ ਹੈ, ਉਹਨੇ ਕੀ ਜਾਦੂ ਕੀਤਾ ਕਿ ਲੋਕਾਂ ਦੀ ਐਕਚੁਅਲੀ ਇਟ ਯੂਜ਼ਡ ਟੂ ਹੈਪਨ ਇਨ ਦ ਡਾਂਸ ਸਟੂਡੀਓ ਕਿ ਲੋਕੀ ਐਦਾਂ ਕਿਉਰ ਕਰਦੇ ਸੀਗੇ, ਆਉਂਦੇ ਸੀ ਮਤਲਬ ਕਿਸੇ ਨੂੰ ਐਨੀਬਡੀ ਇਜ਼ ਹੈਵਿੰਗ ਡਿਪਰੈਸ਼ਨ, ਐਨੀਬਡੀ ਇਜ਼ ਹੈਵਿੰਗ ਹਾਈਪਰਟੈਂਸ਼ਨ, ਐਨੀਬਡੀ ਇਜ਼ ਹੈਵਿੰਗ ਟੈਂਸ਼ਨ, ਮਤਲਬ ਐਦਾਂ ਉਹ ਬਿਮਾਰੀਆਂ ਦੂਰ ਜਾਂਦੀਆਂ ਸੀਗੀਆਂ। ਐਂਡ ਇਟ ਯੂਜ਼ਡ ਟੂ ਬੀ ਮਤਲਬ ਡਾਂਸ ਉੱਥੇ ਸਾਡੇ ਪਹਿਲੇ 45 ਮਿੰਟ ਹੁੰਦਾ ਸੀਗਾ ਆਲ ਦ ਫਾਰਮਲ ਡਾਂਸ ਟ੍ਰੇਨਿੰਗ, ਜਿਹੜੇ ਲਾਸਟ 15 ਮਿੰਟ ਹੁੰਦੇ ਸੀਗੇ ਉਹ ਸਿਮਰਨ ਹੁੰਦਾ ਸੀਗਾ। ਉਹਨਾਂ ਦੇ ਨਾਲ ਮੈਡੀਟੇਸ਼ਨ, ਅਸੀਂ ਮੈਡੀਟੇਸ਼ਨ ਮੈਟਸ ਹੁੰਦੇ ਸੀ, ਉਹ 15 ਮਿੰਟ ਅਸੀਂ ਸਿਮਰਨ ਜ਼ਰੂਰ ਕਰਨਾ ਹੁੰਦਾ ਸੀਗਾ। ਉਹ ਕੁਝ ਘੰਟੇ ਬਾਅਦ ਜਦੋਂ ਬਾਹਰ ਜਾਂਦੇ ਸੀ ਏਦਾਂ ਹੁੰਦਾ ਸੀ ਕਿ ਦੇ ਆਰ ਆਲ ਰਿਫਰੈਸ਼ਡ ਐਂਡ ਚਾਰਜਡ ਅਪ। ਮਤਲਬ ਲੋਕਾਂ ਨੇ ਇਹ ਹੁੰਦਾ ਸੀ, ਮੈਨੂੰ ਅਜੇ ਤੱਕ ਯਾਦ ਹੈ ਐਦਾਂ ਰੈਵੋਲੂਸ਼ਨ ਆਈ ਸੀ ਜਿਸ ਕਲਾਸ 'ਚ ਇੱਕ ਦੋ ਬੱਚੇ ਹੁੰਦੇ ਸੀ ਹਰ ਕਲਾਸ 'ਚ। ਮੇਰਾ 800 ਸਕੁਆਇਰ ਫੀਟ ਦਾ ਡਾਂਸ ਸਟੂਡੀਓ ਹੁੰਦਾ ਸੀਗਾ ਅੱਜ ਤੋਂ 18 ਸਾਲ ਪਹਿਲੇ, ਮਾਡਲ ਟਾਊਨ ਜਲੰਧਰ 'ਚ ਸੀਗਾ। ਐਂਡ ਛੋਟਾ ਜਿਹਾ ਹਾਲ ਸੀਗਾ, ਬਸ ਉਸ ਹਾਲ ਨੂੰ ਮੈਂ ਅੱਜ ਵੀ ਨਮਨ ਕਰਨਾ ਵਾ। ਉੱਥੇ ਹਾਰਡਲੀ 5 ਜਾਂ 10 ਲੋਕੀ ਐਟ ਅ ਟਾਈਮ ਹੁੰਦੇ ਸੀਗੇ, ਹਾਰਡਲੀ। ਤੇ ਉਹ ਟਾਈਮ ਆਇਆ ਜਦੋਂ ਇੱਕ ਕਲਾਸ 'ਚ 80 90 ਪਰ ਬੈਚ, ਦਿਨ 'ਚ 12 ਬੈਚ ਰਨ ਕਰਦੇ ਸੀਗੇ। ਪਰ ਬੈਚ ਸਾਨੂੰ 12 ਤੋਂ 14 ਬੈਚ ਕਰਨੇ ਪਏ ਸੀਗੇ ਪਰ ਬੈਚ। ਐਂਡ ਬਾਹਰ ਕੀ ਹੁੰਦਾ ਸੀ, ਵੇਟਿੰਗ ਲਾਈਨ ਲੱਗੀ ਹੁੰਦੀ ਸੀ। ਮੇਰੇ ਸੈਕੰਡ ਫਲੋਰ ਤੇ ਦੋਨੋਂ ਫਲੋਰਸ ਤੇ ਥੱਲੇ ਤੱਕ ਲਾਈਨ ਲੱਗੀ ਹੁੰਦੀ ਸੀਗੀ। ਐਂਡ ਸੋ ਮਚ ਸੋ ਜਿਹੜੇ ਬੱਚੇ ਜਾਂ ਵੱਡੇ ਜਾਂ ਲੇਡੀਜ਼ ਜਾਂ ਜੈਂਟਸ ਕੋਈ ਵੀ ਆਉਂਦੇ ਸੀ, ਉਹ ਆ ਕੇ ਆਪਣਾ ਜਾਂ ਪਰਸ ਜਾਂ ਚਾਬੀ ਕਾਰ ਦੀ ਉਹ ਫਲੋਰ ਉੱਤੇ ਰੱਖ ਸਕਦੇ ਸੀ ਕਿ ਇਹ ਜਗ੍ਹਾ ਬੁੱਕਡ ਹੋ ਗਈ ਹੈ, ਜਗ੍ਹਾ ਤੇ ਕੋਈ ਖੜਾ ਨਾ ਹੋਏ ਇਹ ਜਗ੍ਹਾ। ਬਿਕਾਜ਼ ਫਸਟ ਕਮ ਫਸਟ ਸਰਵ, ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਜੋ ਆ ਰਿਹਾ ਕਿ ਮਤਲਬ ਜਿੰਨੇ ਆ ਗਿਆ ਕਲਾਸ। ਮਤਲਬ ਲੋਕੀ ਇੰਨੇ ਉਹਦੇ ਨਾਲ ਐਕਸਾਈਟਡ ਰਹਿੰਦੇ ਸੀ। ਮੈਂ ਕਹਿੰਦਾ ਡਾਂਸ ਦੇ ਨਾਲ ਇੱਕ ਇਸ਼ਕ ਹੁੰਦਾ ਨਾ, ਉਹ ਰੂਹਾਨੀਅਤ ਇਸ਼ਕ ਹੋ ਗਿਆ ਸੀ ਸਾਰਿਆਂ ਨੂੰ। ਐਂਡ ਅਗਰ ਉਸੇ ਇਸ਼ਕ ਨੇ, ਉਸੇ ਇਬਾਦਤ ਨੇ ਮੈਨੂੰ ਉਹੀ ਲੋਕਾਂ ਨੇ ਅੱਜ ਅਗਰ ਮੈਂ ਕਿਸੇ ਕਾਬਿਲ ਹਾਂ, ਅਗਰ ਗਗਨ ਬੇਦੀ ਨੂੰ ਜਿਹੜੇ ਵੀ ਯੂ نو ਟਾਈਟਲ ਦਿੱਤੇ ਜਾਂਦੇ ਨੇ ਉਹ ਇਸ ਕਰਕੇ ਹੀ ਦਿੱਤੇ ਜਾਂਦੇ ਨੇ ਬਿਕਾਜ਼ ਉਹ ਸਭ ਦਾ ਸਪੋਰਟ ਸੀਗਾ। ਬਿਕਾਜ਼ ਸਾਰਿਆਂ ਦੇ ਅੰਦਰ ਰੱਬ ਵਸਦਾ ਹੈ। ਜਦੋਂ ਡਾਂਸ ਹੁੰਦਾ ਤੇ ਆਪਣੇ ਆਪ ਉਹਦਾ ਵਾਸ ਹੁੰਦਾ। ਡਾਂਸ ਉਹਦੇ ਵਾਸ ਦੇ ਬਿਨਾਂ ਨਹੀਂ ਹੋ ਸਕਦਾ ਕਿਉਂਕਿ ਜਦੋਂ ਪਾਗਲਪਨ
ਆਂਦਾ ਹੈ, ਉਹਦੇ ਨਾਲ ਇੱਕ ਕਨੈਕਸ਼ਨ ਬਣਦਾ ਹੈ, ਉਸ ਵੇਲੇ ਫਿਰ ਐਦਾਂ ਡਾਂਸ ਆਪਣੇ ਆਪ ਤੁਹਾਡੇ ਸਰੀਰ ਤੋਂ ਬਾਹਰ ਨਿਕਲਦਾ ਹੈ, ਫਿਰ ਫਾਰਮਸ ਕੀ ਸਾਰੇ ਫਾਰਮਸ ਹੀ ਬਾਹਰ ਆ ਜਾਂਦੇ ਨੇ। ਵੈਸੇ ਸਹੀ ਗੱਲ ਹੈ, ਇੱਕ ਆਰਟਿਸਟ ਜਿਹੜਾ ਹੈ ਨਾ ਉਹ ਨਾਰਮਲ ਲੋਕਾਂ ਦੇ ਨਾਲੋਂ ਅਲੱਗ ਹੁੰਦਾ ਹੈ, ਕਿਉਂਕਿ ਜਿਹੜਾ ਇੱਕ ਕਲਾ ਦੇ ਨਾਲ ਜੁੜਿਆ ਇਨਸਾਨ ਹੁੰਦਾ ਹੈ ਉਹ ਮੈਨੂੰ ਲੱਗਦਾ ਹੈ ਕਿ ਜ਼ਿਆਦਾ ਚੀਜ਼ਾਂ ਨੂੰ ਫੀਲ ਕਰ ਸਕਦਾ ਹੈ। ਇਮੋਸ਼ਨਸ ਤਾਂ ਚਲੋ ਸਾਰਿਆਂ ਦੇ ਕੋਲ ਹੀ ਹੁੰਦੇ ਨੇ, ਬਟ ਇੱਕ ਆਰਟਿਸਟ ਉਸ ਇਮੋਸ਼ਨ ਨੂੰ ਬਹੁਤ ਚੰਗੀ ਤਰ੍ਹਾਂ ਫੀਲ ਕਰਦਾ ਹੈ ਤੇ ਉਹਨੂੰ ਐਕਸਪ੍ਰੈਸ ਕਰਨਾ ਜਾਣਦਾ ਹੈ ਨਾ। ਸੋ ਹੁਣ ਜਦੋਂ ਤੁਹਾਡੀ ਅਕੈਡਮੀ ਰਨ ਹੋ ਰਹੀ ਸੀ, ਦੈਨ ਉਸ ਤੋਂ ਬਾਅਦ ਜਦੋਂ ਸਟੂਡੈਂਟਸ ਵੀ ਆਉਣੇ ਚੰਗੇ ਸ਼ੁਰੂ ਹੋ ਗਏ ਤੇ ਇੰਨੇ ਸਟੂਡੈਂਟਸ ਨੂੰ ਸੰਭਾਲਣਾ, ਫਿਰ ਤੁਸੀਂ ਖੁਦ ਹੀ ਕਲਾਸਿਸ ਲੈਂਦੇ ਸੀ ਜਾਂ ਫਿਰ ਅੱਗੇ ਟੀਚਰਸ ਹਾਇਰ ਕੀਤੇ? ਮੈਂ ਖੁਦ ਹੀ ਲੈਂਦਾ ਸੀ ਕਲਾਸਿਸ, ਬਟ ਮੇਰੇ ਨਾਲ ਮੇਰੇ ਅਸਿਸਟੈਂਟਸ ਵੀ ਸੀਗੇ ਐਂਡ ਜਿਨ੍ਹਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਐਂਡ ਅੱਜ ਦੀ ਤਰੀਕ ਵਿੱਚ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ। ਉਹਨਾਂ ਨੇ ਵੀ ਅੱਗੇ ਆਪਣੇ ਡਾਂਸ ਸਟੂਡੀਓਜ਼ ਖੋਲ੍ਹੇ ਨੇ ਐਂਡ ਦੇ ਆਰ ਆਲਸੋ ਵੈਰੀ ਵੈਲ ਨੋਨ ਕੋਰੀਓਗ੍ਰਾਫਰਸ ਐਂਡ ਸ਼ੁਰੂਆਤ ਉਹਨਾਂ ਨੇ ਮੇਰੇ ਤੋਂ ਕੀਤੀ, ਮੇਰੇ ਤੋਂ ਸਿੱਖਿਆ ਐਂਡ ਅੱਜ ਉਹ ਵੀ ਇੰਨੇ ਆਪਣਾ ਮਤਲਬ ਇਸ ਅੱਛੀ ਉਚਾਈਆਂ ਤੇ ਪਹੁੰਚ ਰਹੇ ਨੇ ਤੇ ਇਸ ਤੋਂ ਪਤਾ ਚੱਲਦਾ ਡਾਂਸ ਦਾ ਕਿੰਨਾ ਸਟਰੋਂਗ ਫਿਊਚਰ ਸੀਗਾ। ਜੀ ਜੀ ਸਰ, ਤੁਸੀਂ ਗੱਲ ਕੀਤੀ ਕਿ 14 ਬੈਚ ਹੁੰਦੇ ਸੀ ਦਿਨ ਵਿੱਚ, ਹਾਂਜੀ, ਇੱਕ ਬੈਚ ਵਿੱਚ 80 ਤੋਂ 90 ਬੱਚੇ, ਫਿਰ ਮੈਨੇਜ ਕਿੱਦਾਂ ਕਰਦੇ ਸੀ? ਉਹ ਖੁਸ਼ੀ ਸੀਗੀ ਇੰਨੀ ਕਿ ਉਹ ਪਤਾ ਨਹੀਂ ਕਿੱਦਾਂ ਪਾਗਲਪਨ ਮੈਨੇਜ ਕਰਾ ਦਿੰਦਾ ਸੀਗਾ, ਉਹ ਰੱਬ ਹੀ ਕਰਾਉਂਦਾ ਸੀ ਮੈਨੇਜ ਕਰਨ ਵਾਲਾ। ਮੈਨੂੰ ਯਾਦ ਹੈ ਸਾਡਾ ਬੈਚ 6 ਵਜੇ ਸਵੇਰੇ ਸਿਰਫ ਡਾਕਟਰਸ ਦਾ ਹੁੰਦਾ ਸੀਗਾ, ਜਿਹਦੇ ਵਿੱਚ ਸਾਰੇ ਡਾਕਟਰਸ ਹੁੰਦੇ ਸੀ ਜਲੰਧਰ ਦੇ, ਆਲ ਟਾਪ ਸ਼ਾਟ ਡਾਕਟਰਸ। ਐਂਡ ਮੈਂ ਕਈ ਵਾਰੀ ਹੁੰਦਾ ਸੀਗਾ, ਮੇਰੇ 2 ਮੁੰਡੇ ਸੀਗੇ ਮੇਰੇ ਕੋਲ ਉਸ ਵੇਲੇ, ਤੇ ਮੈਂ 6 ਵਜੇ ਤੱਕ ਕਈ ਵਾਰੀ, ਬਟ ਆਫ ਕੋਰਸ 6-5 ਹੋ ਜਾਂਦੇ ਸੀਗੇ। ਡਾਕਟਰਸ ਇੰਨੇ ਪਰਟੀਕੂਲਰ ਸੀਗੇ। ਮੈਨੂੰ ਯਾਦ ਹੈ ਜੂਨ ਦਾ ਮਹੀਨਾ ਚੱਲ ਰਿਹਾ ਸੀਗਾ ਤੇ ਸਾਡੇ ਇੱਕ ਡਾਕਟਰ ਸੀਗੇ, ਉਹ ਬਾਹਰ ਛਤਰੀ ਲੈ ਕੇ ਖੜੇ ਹੋਏ ਸੀਗੇ, ਬਾਰਿਸ਼ ਹੋ ਰਹੀ ਹੈ ਤੇਜ਼, and Gagan, I want to be in the dance class, let me be in the dance class, and you know ਤੁਸੀਂ ਮੰਨੋਗੇ ਨਹੀਂ, ਕਰਦੇ ਕਰਾਂਦੇ ਮੈਂ ਦੇਖਿਆ ਮੈਨੂੰ ਸੀ ਬਾਰਿਸ਼ ਹੋ ਰਹੀ ਹੈ, ਅੱਜ ਨਹੀਂ, ਅੱਜ ਘੱਟ ਲੋਕੀ ਆਣਗੇ। ਉਸ ਦਿਨ ਉਹਨਾਂ ਦੇ ਰਿਸ਼ਤੇਦਾਰ ਵੀ ਨਾਲ ਆਏ ਸੀਗੇ, ਮਤਲਬ they were so happy because it was actually I felt ਕਿ ਡਾਂਸ ਵਿੱਚ ਮਤਲਬ ਜਦੋਂ ਤੁਸੀਂ ਮੈਂ ਦੇਖਿਆ ਕਿ ਲੋਕੀ ਆਪਣੀ ਸਿਹਤ ਹੀ ਇਸ ਤਰ੍ਹਾਂ ਖਰਾਬ ਕਰਦੇ ਨੇ ਬਿਕਾਜ਼ ਦੇ ਕੀਪ ਔਨ ਪਲਾਨਿੰਗ, ਮੈਂ ਜੁਆਇਨ ਕਰਾਂਗੀ, ਟਾਈਮ ਆਣ ਦਿਓ, ਕੋਈ ਗੱਲ ਨਹੀਂ। ਇਟ ਇਜ਼ ਸਚ ਐਨ ਹੈਲਥ ਐਡਿਕਸ਼ਨ ਐਂਡ ਐਟ ਦ ਸੇਮ ਟਾਈਮ ਤੁਹਾਡੇ ਦਿਮਾਗ ਵਾਸਤੇ ਇੰਨਾ ਜ਼ਰੂਰੀ ਹੈ। ਮਤਲਬ ਤੁਸੀਂ ਅਗਰ ਪੜ੍ਹਿਆ ਵੀ ਹੋਏ ਤੇ ਕਹਿੰਦੇ ਨੇ ਕਿ ਅਲਜ਼ਾਈਮਰ ਨੂੰ ਇਹ ਕੰਟਰੋਲ ਕਰਦਾ ਡਾਂਸਿੰਗ। ਜਿਹੜੇ ਲੋਕੀ ਡਾਂਸਿੰਗ ਕਰਦੇ ਨੇ ਉਹਨਾਂ ਨੂੰ ਅਲਜ਼ਾਈਮਰ ਦੀ ਪ੍ਰੋਬਲਮ ਨਹੀਂ ਆਉਂਦੀ, ਭੁੱਲਣ ਦੀ ਪ੍ਰੋਬਲਮ ਜਲਦੀ ਕਿਤੇ ਨਹੀਂ ਆਉਂਦੀ ਹੈਗੀ ਹੈ। ਐਂਡ ਨਾਲ ਬੀਪੀ, ਦੈਨ ਯੂ ਨੋ ਸ਼ੂਗਰ, ਆਲ ਥੀਸ ਪ੍ਰੋਬਲਮਸ ਐਂਡ ਮੋਟਾਪਾ ਬਟ ਆਫ ਕੋਰਸ ਬਹੁਤ ਕੰਟਰੋਲ 'ਚ ਰਹਿੰਦਾ ਹੈਗਾ। ਮੈਂ ਪੰਜਾਬੀ ਨੈਸ਼ਨਲ ਦੇ ਸਾਰੇ ਦਰਸ਼ਕਾਂ ਨੂੰ ਕਹਾਂਗਾ ਕਿ ਅਗਰ ਉਹਨਾਂ ਨੇ ਹਜੇ ਤੱਕ ਡਾਂਸ ਕਲਾਸਿਸ ਨਹੀਂ ਜੁਆਇਨ ਕੀਤੀਆਂ ਤੇ ਇਮੀਡੀਏਟਲੀ ਜੁਆਇਨ ਕਰੋ ਬਿਕਾਜ਼ ਅ ਗੁੱਡ ਹੈਲਥ, ਅ ਗੁੱਡ ਐਂਟਰਟੇਨਮੈਂਟ, ਅ ਗੁੱਡ ਵੇ ਟੂ ਰਿਲੈਕਸ ਇਜ਼ ਵੇਟਿੰਗ ਫॉर ਯੂ। ਵਾਹ, ਤੇ ਐਕਟੀਵਿਟੀ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਕੱਲ੍ਹ ਦੀ ਲਾਈਫ ਦੇ ਵਿੱਚ ਹੈਡੇਕ ਇੰਨੀ ਜ਼ਿਆਦਾ ਹੈ, ਸਿਟਿੰਗ ਦੀਆਂ ਜੌਬਸ ਨੇ ਤੇ ਤੁਸੀਂ ਆਪਣੇ ਸਰੀਰ ਨੂੰ ਜਦ ਤੱਕ ਹਿਲਾਓਗੇ ਨਹੀਂ ਤੇ ਆਬਵੀਅਸ ਜੀ ਗੱਲ ਹੈ ਫਿਰ ਬਿਮਾਰੀ ਦਾ ਘਰ ਤਾਂ ਉਹ ਬਣੇਗਾ ਹੀ, ਹੈ ਨਾ। ਸੋ ਇਸ ਕਰਕੇ ਕੋਈ ਨਾ ਕੋਈ ਐਕਟੀਵਿਟੀ ਸਾਨੂੰ ਜ਼ਰੂਰ ਰੱਖਣੀ ਚਾਹੀਦੀ ਆ। ਤੇ ਹੁਣ ਆਪਾਂ ਅੱਗੇ ਵਧਦੇ ਹਾਂ, ਓਲੰਪਿਕਸ ਵੱਲ ਚੱਲਦੇ ਹਾਂ ਕਿਉਂਕਿ ਜਿਹੜੀ ਮੇਨ ਸਾਡੀ ਗੱਲ ਹੈ ਅੱਜ ਦਾ ਵਿਸ਼ਾ ਜਿਹੜਾ ਆ ਕਿ ਓਲੰਪਿਕਸ ਤੱਕ ਦਾ ਸਫ਼ਰ। ਔਰ ਤੁਸੀਂ ਦੱਸਦਾ ਕਿ ਜਿਹੜੀਆਂ ਪ੍ਰੋਬਲਮਸ ਆਈਆਂ ਨੇ ਤੁਸੀਂ ਇੱਥੋਂ ਤੋਂ ਗੁਜ਼ਰੇ ਹੋ, ਬਟ ਓਲੰਪਿਕਸ ਦੇ ਵਿੱਚ ਜਾ ਕੇ ਤੁਸੀਂ ਚੀਫ ਟੈਕਨੀਕਲ ਡਾਇਰੈਕਟਰ ਵੀ ਬਣ ਚੁੱਕੇ ਹੋ। ਉਹ ਜਿਹੜਾ ਵਿਚਲਾ ਸਫ਼ਰ ਹੈ ਉਹ ਕਿੱਦਾਂ ਤੈਅ ਕੀਤਾ? ਪੂਜਾ ਜੀ ਵੈਸੇ ਕਾਫੀ ਅੱਛੇ ਕੁਐਸਚਨ ਪੁੱਛਦੇ ਹੋ ਤੁਸੀਂ ਮੈਨੂੰ। ਇਹ ਠੀਕ ਕਹਿ ਰਹੇ ਸੀ ਬਾਜੀ ਕਿ ਗੱਲਾਂ ਕਢਵਾਈ ਰਹਿੰਦੇ ਨੇ, ਬਟ ਆਈ ਐਮ ਗਲੈਡ ਐਨੀਵੇਜ਼, ਥੈਂਕ ਯੂ। ਸਭ ਤੋਂ ਪਹਿਲੇ ਇਹ ਗੱਲ ਸੀ ਜੀ ਓਲੰਪਿਕਸ ਵਿੱਚ ਸਭ ਤੋਂ ਪਹਿਲੇ ਮੈਂ ਬਹੁਤ ਤਹਿ ਦਿਲੋਂ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਰੰਜਨਾ ਸੂਦ ਜੀ ਦਾ, ਜਿਹੜੇ ਆਈਵੀ ਵਰਲਡ ਸਕੂਲ 'ਚ ਪਹਿਲੇ ਉਹਨਾਂ ਦੇ ਕੋ ਡਾਇਰੈਕਟਰ ਸੀਗੇ ਐਂਡ ਉਹਨਾਂ ਨੇ ਮੈਨੂੰ ਅੱਜ ਤੋਂ ਆਲਮੋਸਟ 7 ਸਾਲ ਪਹਿਲੇ ਆਪਣੇ ਸਕੂਲ 'ਚ ਕੋਈ ਇਹਨਾਂ ਦੀ ਡਾਂਸ ਸਪੋਰਟ ਦੀ ਹੀ ਚੈਂਪੀਅਨਸ਼ਿਪ ਹੋ ਰਹੀ ਸੀਗੀ ਤੇ ਉਹਨਾਂ ਨੇ ਕਿਹਾ ਗਗਨ ਬਹੁਤ ਬੜੀ ਚੈਂਪੀਅਨਸ਼ਿਪ ਹੈ ਐਂਡ ਤੁਹਾਨੂੰ ਆਉਣਾ ਪਏਗਾ ਉਸ ਚੈਂਪੀਅਨਸ਼ਿਪ 'ਚ। ਮੈਂ ਕਿੱਥੇ ਬਾਹਰ ਸੀਗਾ ਆਊਟ ਆਫ ਸਟੇਸ਼ਨ, ਮੈਂ ਕਿਹਾ ਮੈਮ ਮੁਸ਼ਕਿਲ ਹੋ ਜਾਏਗਾ। ਕਹਿੰਦੇ ਗਗਨ ਅਗਰ ਤੋਂ ਇਫ ਯੂ ਰਿਸਪੈਕਟ ਮੀ ਯੂ ਹੈਵ ਟੂ ਕਮ। ਮੈਂ ਬਿਕਾਜ਼ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਹੈ ਤੇ ਮੈਂ ਕਿਹਾ ਮੈਮ ਠੀਕ ਹੈ। ਨੈਕਸਟ ਡੇ ਮੈਂ ਪਹੁੰਚ ਗਿਆ ਤੇ ਉਹ ਵੀ ਦੇਖੋ ਕੋਈ ਰੱਬ ਵੱਲੋਂ ਹੀ ਸੁਨੇਹਾ ਹੁੰਦਾ ਹੈ। ਮੈਂ ਆਇਆ ਉਸ ਚੈਂਪੀਅਨਸ਼ਿਪ 'ਚ ਜੀ, ਸਾਡੇ ਜਿਹੜੇ ਜਨਰਲ ਸੈਕਟਰੀ ਨੇ, ਜਨਰਲ ਸਕੱਤਰ ਨੇ ਵਿਸ਼ਵਜੀਤ ਮਹਾਂਤੀ ਜੀ ਤੇ ਉਹ ਆਏ ਹੋਏ ਸੀਗੇ ਤੇ ਨਾਲ ਸਾਡੇ ਜਿਹੜੇ ਨੈਸ਼ਨਲ ਕੋਚ ਨੇ ਵਿਨੋਦ ਸ਼ੰਕਰ ਜੀ ਆਲ ਇੰਡੀਆ ਡਾਂਸ ਸਪੋਰਟ ਦੇ, ਉਹ ਆਏ ਹੋਏ ਸੀਗੇ ਤੇ ਉਹਨਾਂ ਨੇ ਮੇਰੀ ਜਦੋਂ ਜੱਜਮੈਂਟ ਦੇਖੀ, ਮੇਰੀ ਫੇਅਰ ਜੱਜਮੈਂਟ ਦੇਖੀ ਤਾਂ ਉਹਨਾਂ ਨੂੰ ਬੜਾ ਮਾਣ ਮਹਿਸੂਸ ਹੋਇਆ ਫੇਅਰ ਜੱਜਮੈਂਟ ਦੇਖ ਕੇ ਐਂਡ ਉੱਥੇ ਤੋਂ ਖੁਸ਼ ਗਏ ਹੀ ਗਏ।
ਬਟ ਮੈਂ ਕਹਾਂਗਾ ਇਹ ਸੀਟ ਸੋ ਕੀਤੀ ਸੀਗੀ ਰੰਜਨਾ ਮੈਮ ਨੇ ਤੇ ਉਸ ਤੋਂ ਬਾਅਦ ਦਸਵਜੀਤ ਮਹਾਂਤੀ ਜੀ ਨੇ ਤੇ ਮਤਲਬ ਉਸ ਤੋਂ ਬਾਅਦ ਮੈਨੂੰ ਇਹਨਾਂ ਨੇ ਸਾਡੀ ਨੈਕਸਟ ਚੈਂਪੀਅਨਸ਼ਿਪ ਹੋਈ ਜਿਹੜੀ ਨੈਸ਼ਨਲ ਸੀਗੀ ਉਹੀ ਪਟਨਾ ਵਿੱਚ ਜਿੱਥੇ ਉਸ ਵੇਲੇ ਸੀਐਮ ਸੀਗੇ ਜਤੇਨ ਰਾਮ ਮਾਂਝੀ ਜੀ ਉਹਨਾਂ ਨੇ ਮੈਨੂੰ ਉਧਰ ਫਿਰ ਨੈਕਸਟ ਚੈਂਪੀਅਨਸ਼ਿਪ ਵਾਸਤੇ ਬੁਲਾਇਆ ਤੇ ਆਈ ਵਾਸ ਆਨਰਡ ਬਾਈ ਦ ਸੀਐਮ देयर ਫॉर ਮਾਈ ਕਿਉਂਕਿ ਮੈਂ ਅਜੇ ਮੇਰਾ ਬੁੱਕ ਰਿਲੀਜ਼ ਹੋਈ ਸੀਗੀ ਜਿਹਦੇ ਵਿੱਚ ਮੈਂ ਟੌਪ 10 ਕੋਰੀਓਗ੍ਰਾਫਰਸ ਚ ਆਇਆ ਸੀਗਾ ਤੇ ਫਿਰ ਮੈਂ ਸਾਰੀ ਉਹਨਾਂ ਦੀ ਜੱਜਮੈਂਟ ਮੈਂ ਹੀ ਦਿੱਤੀ ਉੱਥੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਹਜੇ ਟੈਕਨੀਕਲ ਡਾਇਰੈਕਟਰ ਘੋਸ਼ਿਤ ਨਹੀਂ ਕੀਤਾ ਸੀਗਾ ਸਰ ਉਹ ਜਿਹੜਾ ਟੈਕਨੀਕਲ ਘੋਸ਼ਿਤ ਕਿੱਦਾਂ ਕੀਤਾ ਸੀ ਉਹ ਮੈਂ ਦੱਸਣ ਲੱਗਾ ਉਹ ਬ੍ਰੇਕ ਤੋਂ ਬਾਅਦ ਕਿਉਂਕਿ ਬ੍ਰੇਕ ਤੋਂ ਬਾਅਦ ਵੇਲਾ ਹੋ ਰਿਹਾ ਵੇਲਾ ਜਿਹੜਾ ਹੋ ਗਿਆ ਜੀ ਇਹ ਬ੍ਰੇਕ ਦਾ ਵੇਲਾ ਹੋ ਗਿਆ ਤੇ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਆ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲ ਪੰਜਾਬ ਦੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ ਪ੍ਰੋਗਰਾਮ ਗੱਲ ਪੰਜਾਬ ਦੇ ਵਿੱਚ ਤੇ ਸਾਡੇ ਅੱਜ ਦੇ ਮਹਿਮਾਨ ਨੇ ਮਿਸਟਰ ਗਗਨ ਬੇਦੀ ਜੀ ਸਰ ਹੁਣ ਅੱਗੇ ਗੱਲ ਕਰਦੇ ਹਾਂ ਚੀਫ ਟੈਕਨੀਕਲ ਡਾਇਰੈਕਟਰ ਦਾ ਜਿਹੜਾ ਖਿਤਾਬ ਤੁਹਾਨੂੰ ਹਾਸਲ ਹੋਇਆ ਇਸ ਦਾ ਸਫ਼ਰ ਪੁੱਛ ਰਹੇ ਸੀਗੇ ਤੇ ਫਿਰ ਇਹ ਫਾਈਨਲੀ ਤੁਹਾਨੂੰ ਮਿਲਿਆ ਕਿੱਦਾਂ ਬਸ ਜੀ ਤੁਹਾਨੂੰ ਦੱਸਿਆ ਮੈਂ ਆਪਣੀ ਪਟਨਾ ਦੀ ਚੈਂਪੀਅਨਸ਼ਿਪ ਖਤਮ ਕਰਕੇ ਹਟਿਆ ਸੀਗਾ ਜੀ ਐਂਡ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਆਲ ਇੰਡੀਆ ਡਾਂਸ ਸਪੋਰਟ ਫੈਡਰੇਸ਼ਨ ਨੇ ਉਹਨਾਂ ਨੂੰ ਮੇਰੇ ਕੰਮ ਬਹੁਤ ਪਸੰਦ ਆਇਆ ਉਹਨਾਂ ਨੇ ਮੈਨੂੰ ਫਿਰ ਬੁਲਾਇਆ ਛੱਤੀਸਗੜ੍ਹ ਰਾਏਪੁਰ ਤੇ ਮੈਂ ਉੱਧਰ ਜਦੋਂ ਗਿਆ and the moment I got down from the airport the mayor of the town and ਜਿਹੜੇ ਸਾਡੇ ਉੱਥੇ ਦੇ ਉਹ ਸੀਗੇ ਕੀ ਕਹਿੰਦੇ ਆਪਣਾ ਚੀਫ ਮਿਨਿਸਟਰ ਉਹਨਾਂ ਦੇ ਸੈਕਟਰੀ they were all there to receive me airport ਤੇ ਆਏ ਸੀ ਕਿ ਮੈਨੂੰ ਲੈਣ ਵਾਸਤੇ ਤੇ ਮੈਂ ਬਾਹਰ ਨਿਕਲਿਆ ਨਾ ਮੈਨੂੰ ਬੜੀ ਖੁਸ਼ੀ ਮਹਿਸੂਸ ਹੋਈ ਬਿਕਾਜ਼ ਡਾਂਸ ਸਪੋਰਟ ਅਗਰ ਹੋ ਰਹੀ ਡਾਂਸ ਸਪੋਰਟ ਇਜ਼ ਅ ਗਵਰਨਮੈਂਟ ਬਾਡੀ ਤੇ ਜਦੋਂ ਮੈਨੂੰ ਡਾਂਸ ਮੈਨੂੰ ਸੀਗਾ ਤੇ ਕਿ ਕੋਈ ਨਾ ਕੋਈ ਅਫੀਸ਼ੀਅਲ ਹੋਏਗਾ ਬਟ ਮੈਨੂੰ ਐ ਨਹੀਂ ਸੀਗਾ ਕਿ ਇੰਨੇ ਲੋਕੀ ਹੋਣਗੇ ਅੱਛਾ ਉਹਨਾਂ ਨੇ ਮੈਨੂੰ ਵੈਲਕਮ ਕੀਤਾ ਆਈ ਵਾਸ ਨਾਟ ਮੈਨੂੰ ਉਸ ਵੇਲੇ ਨਹੀਂ ਪਤਾ ਸੀਗਾ ਕਿ ਆਈ ਐਮ ਦਾ ਟੈਕਨੀਕਲ ਡਾਇਰੈਕਟਰ ਆਫ ਦਿਸ ਇਸ ਸੰਸਥਾ ਦਾ ਮੈਂ ਬਣਨ ਵਾਲਾ ਤੇ ਮੈਨੂੰ ਗੱਡੀ 'ਚ ਲੈ ਕੇ ਜਾ ਰਹੇ ਸੀਗੇ ਤੇ ਮੈਂ ਥੋੜੇ ਜਿਹੇ ਅੱਗੇ ਗਿਆ 에ਅਰਪੋਰਟ ਤੋਂ ਬਾਹਰ ਹੀ ਨਿਕਲਿਆ ਤੇ ਅੱਗੇ ਗਿਆ ਤੇ ਜਾ ਕੇ ਦੇਖਿਆ ਇੱਕ ਪਾਸੇ ਵੱਡੀ ਜੀ ਸੀਐਮ ਦੀ ਪਿਕਚਰ ਲੱਗੀ ਤੇ ਇੱਕ ਪਾਸੇ ਮੇਰੀ ਪਿਕਚਰ ਲੱਗੀ ਹੋਈ ਵਿੱਚ ਲਿਖਿਆ ਵੀ ਵੈਲਕਮ ਦ ਚੀਫ ਟੈਕਨੀਕਲ ਡਾਇਰੈਕਟਰ ਆਫ ਆਲ ਇੰਡੀਆ ਡਾਂਸ ਸਪੋਰਟ ਫੈਡਰੇਸ਼ਨ ਸਰ ਉਹ ਰਿਐਕਸ਼ਨ ਕੀ ਸੀ ਉਹ ਮੈਂ ਸੀਰੀਅਸਲੀ ਮੈਂ ਨਾ ਐਂਡ ਮੈਂ ਨਾਲ ਮੈਂ ਨਾ ਆਪਣੇ ਨਾਲ ਸਿਮਰਨ ਕਰ ਰਿਹਾ ਸੀਗਾ ਤੇ ਦਿਲੋਂ ਮਤਲਬ ਮੈਨੂੰ ਸੀਗਾ ਕਿ ਕੁਝ ਅੱਜ ਅੱਛਾ ਹੋਣ ਵਾਲਾ ਹੈ ਐਂਡ ਸੱਚੀ ਉਹ ਸਿਮਰਨ ਦਾ ਆਨਸਰ ਮੈਨੂੰ ਉਸੇ ਵੇਲੇ ਮਿਲਿਆ ਕਿ ਜਦੋਂ ਉੱਥੇ ਮੈਨੂੰ ਮੈਂਸ਼ਨ ਕੀਤਾ ਗਿਆ ਐਂਡ ਉਸ ਤੋਂ ਬਾਅਦ ਜੀ ਮੈਂ ਪਹਿਲੇ ਇਹ ਬੋਰਡ ਦੇਖਿਆ ਉਹਨਾਂ ਨੇ ਕਿਹਾ ਕਿ ਆਪਕੀ ਜੀ ਸਰ ਮੈਨੂੰ ਸਾਡੇ ਜਿਹੜੇ ਜਨਰਲ ਸੈਕਟਰੀ ਹੈ ਉਹਨਾਂ ਦਾ ਮੈਨੂੰ ਫੋਨ ਆਇਆ ਸਰ आपकी जी फॉर्मल स्पीच है सीएम सर स्टेडियम में पूरे 4:30 पहुंच जाएंगे और मेरी फ्लाइट लैंडेड एट 2:30 अच्छा तो सर सीएम सर ने 4:30 पहुंच जाना है एंड उससे पहले फॉर्मल स्पीच आपकी होनी है सीएम से पहले एंड आप नहीं बोलना है अच्छा जी ਤੇ ਆਪ ਫਟਾਫਟ ਦੇ ਟੁਕ ਮੀ ਮੈਨੂੰ ਹੋਟਲ ਚ ਲੈ ਕੇ ਗਏ ਐਂਡ ਉਹ ਬਾਹਰ ਹੀ ਬੈਠੇ ਰਹੇ ਉਹਨਾਂ ਨੇ ਦੇ ਪ੍ਰੋਵਾਈਡਡ ਮੀ ਗਾਰਡਸ ਐਂਡ ਸਿਕਿਉਰਿਟੀ ਐਂਡ ਐਵਰੀਥਿੰਗ ਸਰ ਫਟਾਫਟ ਕੱਪੜੇ ਬਦਲੋ ਐਂਡ ਸਟੇਡੀਅਮ ਐਂਡ ਮੈਂ ਵੀ ਬਹੁਤ ਐਕਸਾਈਟਡ ਸੀਗਾ ਅੰਦਰੋਂ ਡਰ ਵੀ ਲੱਗ ਰਿਹਾ ਸੀਗਾ ਸਰ सबके ਨਾਮ ਲੈ ਦੇਣਾ ਮੈਂ ਕੁਝ ਗੜਬੜ ਹੋ ਗਈ ਨਾ ਲੈਤਾ ਕਿਸੇ ਦਾ ਬਿਕਾਜ਼ ਐਂਡ ਯੂ ਨੋ ਐਂਡ ਟਿਪੀਕਲੀ ਬਿਕਾਜ਼ ਤੁਸੀਂ ਜਦੋਂ ਉਸ ਏਰੀਆ ਚ ਰਾਏਪੁਰ ਯੂ ਨੋ ਛੱਤੀਸਗੜ੍ਹ ਵਾਲ ਐਂਡ ਉਸੀ ਲੈਂਗੁਏਜ ਚ ਤੁਸੀਂ ਗੱਲ ਕਰਨੀ ਹੈ ਐਂਡ ਯੂ ਨੋ ਯੂ ਹੈਵ ਟੂ ਬੀ ਪਾਰਟਿਕੂਲਰ ਅਬਾਊਟ ਇਟ ਐਂਡ ਮੈਂ ਉੱਥੇ ਪਹੁੰਚਿਆ ਐਂਡ ਬਾਹਰ ਜਾ ਕੇ ਦੇਖਿਆ ਸਟੇਡੀਅਮ ਦੇ ਵਿੱਚ ਵੀ ਹਿਊਜ ਗਲੋ ਸਾਈਨਸ ਮਾਈ ਬੋਰਡਸ ਵਰ ਦੇਅਰ ਗਗਨ ਬੇਦੀ ਇਜ਼ ਹੇਅਰ ਐਂਡ ਤੇ ਵਿਦ ਆਲ ਦ ਮਿਨਿਸਟਰੀ ਐਂਡ ਆਲ ਤੇ ਬੜਾ ਸੱਚੀ ਉਸ ਵੇਲੇ ਮੈਨੂੰ ਫਖਰ ਮਹਿਸੂਸ ਹੋਇਆ ਕਿ ਪ੍ਰਮਾਤਮਾ ਨੇ ਇਹੋ ਜਿਹਾ ਮਕਾਮ ਦਿੱਤਾ ਐਂਡ ਉਸ ਵੇਲੇ ਉਹਨਾਂ ਨੇ ਅਨਾਉਂਸ ਕੀਤਾ ਕਿ ਅੱਜ ਤੋਂ ਤੁਸੀਂ ਸਾਡੇ ਟੈਕਨੀਕਲ ਡਾਇਰੈਕਟਰ ਉਸ ਵੇਲੇ ਚੀਫ ਨਹੀਂ ਬਣਿਆ ਸੀਗਾ ਟੈਕਨੀਕਲ ਡਾਇਰੈਕਟਰ ਬਣਨਾ ਵੀ ਇੱਕ ਬਹੁਤ ਵੱਡੀ ਗੱਲ ਟੈਕਨੀਕਲ ਡਾਇਰੈਕਟਰ ਆਪਣੇ ਸਟੇਟ ਦੇ ਹੁੰਦੇ ਨੇ ਸੋ ਮੇਰੀ ਉੱਥੇ ਬਹੁਤ ਵਧੀਆ ਗਿਆ ਮੇਰਾ ਰਿਸਪੌਂਸ ਐਟ ਛੱਤੀਸਗੜ੍ਹ ਤੇ ਛੱਤੀਸਗੜ੍ਹ ਤੋਂ ਅਗਲੀ ਸਾਈਡ ਜਿਹੜੀ ਸਾਡੀ ਚੈਂਪੀਅਨਸ਼ਿਪ ਸੀਗੀ ਦੈਟ ਵਾਜ਼ ਐਟ ਨਾਸਿਕ okay and Nasik ਜਦੋਂ ਮੈਂ ਪਹੁੰਚਿਆ ਤੇ ਨਾਸਿਕ ਜਾ ਕੇ when I saw my hoardings then it was I am the chief technical director technical directors ਤੇ ਸਾਰੇ states ਤੇ ਹੁੰਦੇ ਨੇ chief is who's only one in the country and that is how ਕਿ chief technical director ਹੋਣ ਦੇ ਨਾਤੇ ਮੈਂ 올림픽ਸ ਵਿੱਚ ਜਿਹੜੇ ਆਪਣੇ ਜਨਰਲ ਸਕੱਤਰ ਐਂਡ ਨੈਸ਼ਨਲ ਕੋਚ ਨੇ ਤੇ ਸਾਡੇ ਪ੍ਰੈਜ਼ੀਡੈਂਟ ਨੇ ਅਰਵਿੰਦ ਕੁਮਾਰ ਉਹਨਾਂ ਦੇ ਨਾਲ ਅਸੀਂ ਆਪਣੀ ਟੀਮ ਨੂੰ ਲੈ ਕੇ ਬ੍ਰੇਕਿੰਗ ਦੀ ਟੀਮ ਨੂੰ ਲੈ ਕੇ we'll be representing at 2024 Paris
ਮਤਲਬ ਦੋ ਸਰਪ੍ਰਾਈਜ਼ ਤੁਹਾਨੂੰ ਮਿਲੇ ਨੇ ਔਰ ਮੈਂ ਸੱਚੀ ਕਹਾਂਗਾ ਤੇ ਉਸ ਪ੍ਰਮਾਤਮਾ ਦੀ ਮਿਹਰ ਹੈ, ਉਹਨਾਂ ਦੇ ਸਿਮਰਨ ਦੀ ਮਿਹਰ ਹੈ ਜਿਹੜਾ ਇਸ ਮੁਕਾਮ ਤੇ ਮੈਨੂੰ ਪਹੁੰਚਾਇਆ ਹੈ। ਮੈਂ ਇਨਫੈਕਟ ਇੱਥੇ ਇੱਕ ਹੋਰ ਵੀ ਚਾਨਣਾ ਪਾਣਾ ਚਾਹਾਂਗਾ। ਮੈਂ ਸਿਮਰਨ ਤੇ ਕਰਨਾ ਜਾਂ ਮੈਂ ਨਾਲ ਬੁੱਧਿਜ਼ਮ ਨੂੰ ਵੀ ਫੋਲੋ ਕਰ ਰਿਹਾ ਅੱਜ ਕੱਲ੍ਹ, ਵਿਚ ਹੈਜ਼ ਨਮਿਆ ਹੋ ਰਹਿੰਗੇ ਕਿਉਂ, ਤੇ ਮੈਂ ਅੱਜ ਕੱਲ੍ਹ ਕਾਫੀ ਉਹਦੇ ਉੱਤੇ ਵੀ ਚਾਂਟ ਕਰਨਾ, ਉਹਦੇ ਨਾਲ ਵੀ ਮੇਰੀ ਲਾਈਫ 'ਚ ਬਹੁਤ ਫਰਕ ਆਇਆ ਹੈਗਾ। ਸੋ ਮਾਈ ਲਾਈਫ ਹੈਜ਼ ਗਰੋਨ ਟੂ ਅ ਡਿਫਰੈਂਟ ਲੈਵਲ ਆਲਟੂਗੇਦਰ। ਤੁਹਾਡਾ ਦਿਲ ਸਾਫ਼ ਹੋਣਾ ਚਾਹੀਦਾ ਹੈ ਤੇ ਤੁਹਾਡੀ ਨੀਤ ਸਾਫ਼ ਹੋਣੀ ਚਾਹੀਦੀ ਹੈ, ਮੁਕਾਮ ਤੁਹਾਨੂੰ ਹਾਸਲ ਹੋ ਹੀ ਜਾਂਦੇ ਨੇ, ਹੈ ਨਾ। ਤੇ ਸਰ ਹੁਣ ਓਲੰਪਿਕਸ ਦੀ ਗੱਲ ਕਰਦੇ ਹਾਂ ਕਿ ਓਲੰਪਿਕਸ ਫਾਈਨਲੀ ਹੋਣ ਜਾ ਰਿਹਾ ਤੇ ਇਹਦੇ ਵਿੱਚ ਟੀਮਸ ਜਿਹੜੀਆਂ ਨੇ ਉਹ ਕਿੱਦਾਂ ਸਿਲੈਕਟ ਹੋਣਗੀਆਂ, ਜਿਹੜੇ ਡਾਂਸਰਸ ਨੇ ਉਹ ਕਿਵੇਂ ਸਿਲੈਕਟ ਹੋਣਗੇ, ਕਿੰਨੀ ਗਿਣਤੀ ਹੋਗੀ ਉਹਨਾਂ ਦੀ? ਜੀ ਇੱਦਾਂ ਹੈ, ਇੰਡੀਆ ਤੋਂ ਅਸੀਂ ਜਿਹੜੇ ਡਾਂਸਰਸ ਨੇ ਉਹਨਾਂ ਨੂੰ ਡਾਂਸਰਸ ਨਹੀਂ ਪਹਿਲੇ ਕਹਿਣਾ, ਅਸੀਂ ਕਹਿਣਾ ਬੀ ਗਰਲਸ ਐਂਡ ਬੀ ਬॉयਜ਼ ਐਂਡ ਬ੍ਰੇਕਿੰਗ ਹੈ ਜਿਹੜੀ ਫਾਰਮ ਜਾ ਰਹੀ ਹੈਗੀ ਹੈ। ਤੇ ਅਸੀਂ 16 ਮੁੰਡੇ ਤੇ 16 ਕੁੜੀਆਂ ਸਿਲੈਕਟ ਕਰਾਂਗੇ, ਜਿਹਦੇ ਵਿੱਚ ਸਾਡੇ ਟੋਟਲ 32 ਹੋ ਜਾਂਦੇ ਨੇ। ਐਂਡ ਉਹਦੇ ਨਾਲ ਨਾਲ ਕੀ ਹੋਏਗਾ, ਬਾਕੀ ਸਾਡੀ ਹਜੇ ਗਾਈਡਲਾਈਨਸ ਆ ਰਹੀਆਂ ਨੇ, ਕਨਫਰਮੇਸ਼ਨਸ ਆ ਰਹੀਆਂ ਨੇ, ਤਾਂ ਹਜੇ ਸਾਡੇ ਕੋਲ ਕਨਫਰਮੇਸ਼ਨ 32 ਦੀ ਹੈਗੀ ਹੈ। ਬਟ ਉਹਦੇ ਨਾਲ ਸਾਡੇ ਹੋਣਗੇ ਡਿਸਟ੍ਰਿਕਟ ਲੈਵਲ ਚੈਂਪੀਅਨਸ਼ਿਪ, ਸਟੇਟ ਲੈਵਲ ਚੈਂਪੀਅਨਸ਼ਿਪਸ, ਨੈਸ਼ਨਲ ਚੈਂਪੀਅਨਸ਼ਿਪਸ। ਉਹਨਾਂ ਵਿੱਚੋਂ ਜਿਹੜੇ ਬੈਸਟ ਸਿਲੈਕਟ ਹੋਣਗੇ, ਬੈਸਟ 32 ਉਹ ਤੇ ਕਰਨੇ, ਉਹਨਾਂ ਵਿੱਚੋਂ ਫਿਰ ਫਰਦਰ ਅੱਗੇ ਜਿਹੜੀ ਗਾਈਡਲਾਈਨਸ ਆਣਗੇ ਉਹਦੇ ਅਕੋਰਡਿੰਗਲੀ ਅਸੀਂ ਲੈ ਕੇ ਜਾਵਾਂਗੇ। ਤੇ ਇਹਨਾਂ ਦੇ ਵਾਸਤੇ ਕੋਈ ਕੈਂਪ ਲਗਾਏ ਜਾਣਗੇ ਹਾਂਜੀ, ਕੈਂਪ ਨਹੀਂ, ਚੈਂਪੀਅਨਸ਼ਿਪਸ ਹੋਣਗੇ, ਚੈਂਪੀਅਨਸ਼ਿਪਸ ਵਿੱਚ। ਬਟ ਉਸ ਤੋਂ ਬਾਅਦ ਜਿਹੜੇ ਸਿਲੈਕਟ ਹੋ ਜਾਣਗੇ ਤੇ ਜਿਹੜੇ ਸਿਲੈਕਟ ਹੋ ਜਾਣਗੇ ਇੰਡੀਆ ਤੋਂ ਤੇ ਅਸੀਂ ਉਹਨਾਂ ਨੂੰ ਟ੍ਰੇਨ ਕਰਾਂਗੇ ਹੀ ਕਰਾਂਗੇ, ਬਟ ਅਸੀਂ ਯੂਰਪ ਤੇ ਕੈਨੇਡਾ ਤੋਂ ਵੀ ਸਪੈਸੀਫਿਕਲੀ ਟ੍ਰੇਨਰਸ ਬੁਲਾ ਰਹੇ ਹਾਂ ਟੂ ਟ੍ਰੇਨ ਆਰ ਟੀਮਸ ਆਊਟ ਇਨ ਇੰਡੀਆ। ਤੇ ਇਸ ਤਰ੍ਹਾਂ ਲਾਈਕ ਇਹਦੇ ਵਿੱਚ ਬਹੁਤ ਜ਼ਿਆਦਾ ਨੈਸ਼ਨਲ ਤੇ ਇੰਟਰਨੈਸ਼ਨਲ ਚੈਂਪੀਅਨਸ਼ਿਪਸ ਵੀ ਹੋਣਗੀਆਂ ਐਂਡ ਦੈਟ ਵਿਲ ਬੀ ਸੂਨ ਆਊਟ, ਬਹੁਤ ਜਲਦੀ ਹੋਣਗੇ। ਤੇ ਤਿਆਰੀ ਹੁਣ ਤੋਂ ਸ਼ੁਰੂ ਹੋ ਚੁੱਕੀ ਹੈ ਜਾਂ ਫਿਰ ਹਜੇ ਟਾਈਮ ਹੈ? ਨਹੀਂ, ਪੂਰੀ ਜ਼ੋਰਾਂ ਸ਼ੁਰੂ ਨਾਲ ਹੋ ਜਾਏ ਤੇ ਸਿਰਫ ਕੋਵਿਡ ਕਰਕੇ ਥੋੜਾ ਜਿਹਾ ਲੇਟ ਬੈਕ ਹੈ, ਵਰਨਾ ਸਾਡਾ ਮਈ ਵਿੱਚ ਫਰਸਟ ਚੈਂਪੀਅਨਸ਼ਿਪ ਆਲਮੋਸਟ ਡਨ ਹੈਗੀ ਹੈ। ਬਟ ਕੋਵਿਡ ਦੀ ਜਿਹੜੀਆਂ ਗਾਈਡਲਾਈਨਸ ਆਣਗੀਆਂ ਉਹਦੇ ਅਕੋਰਡਿੰਗਲੀ ਅਸੀਂ ਸ਼ਾਇਦ ਮੇ ਵਾਲੀ ਜਿਹੜੀ ਹੈਗੀ ਉਹਨੂੰ ਜੁਲਾਈ 'ਚ ਸ਼ਿਫਟ ਕਰਤਾ ਹੈ ਕਿ ਬਿਕਾਜ਼ ਉਦੋਂ ਤੱਕ ਸਭ ਨੂੰ ਵੈਕਸੀਨ ਵੀ ਲੱਗ ਜਾਏਗੀ ਐਂਡ ਆਲ ਵਟਐਵਰ ਇਜ਼ ਗੋਇੰਗ ਔਨ, ਤੇ ਜਸਟ ਵੇਟਿੰਗ ਫॉर दैट। ਬਾਕੀ ਕੋਈ ਦੇਰ ਤੁਹਾਡਾ ਦਿਲ ਕਰਦਾ ਹੁਣ? ਮੇਰਾ ਸੱਚੀ ਬਹੁਤ ਦਿਲ ਕਰ ਰਿਹਾ ਕਿ ਮੈਂ ਵੀ ਹੁਣ ਜਰਾ ਡਾਂਸ ਕਲਾਸਿਸ ਜੁਆਇਨ ਕਰੀ ਲਵਾਂ। ਬਿਲਕੁਲ ਬਿਲਕੁਲ, ਮੈਂ ਤੇ ਕਹਾਂਗਾ ਕਿ ਇਹ ਇੱਕ ਡਾਂਸਰਸ ਤੇ ਕੋਰੀਓਗ੍ਰਾਫਰਸ ਵਾਸਤੇ ਜਿਹੜੇ ਵੀ ਜਿੱਥੇ ਬੈਠੇ ਨੇ ਇਸ ਚੈਨਲ ਰਾਹੀਂ, ਪੰਜਾਬੀ ਨੈਸ਼ਨਲ ਚੈਨਲ ਰਾਹੀਂ, ਜਿਹੜੇ ਵੀ ਬਾਹਰ ਬੈਠੇ ਨੇ ਸਾਡੇ ਆਲ ਇੰਡੀਆ ਡਾਂਸ ਸਪੋਰਟ ਫੈਡਰੇਸ਼ਨ ਦੇ ਫੋਰਮ ਤੇ ਜਾਂ ਮੇਰੇ ਪੇਜ ਤੇ ਗਗਨ ਬੇਦੀ ਦੇ ਨਾਲ ਕੰਟੈਕਟ ਕਰਨ ਤੇ ਉਹਨਾਂ ਨੂੰ ਅਗਰ ਆਪਣਾ ਵਾਕਈ ਚ ਕਰੀਅਰ ਬਣਾਉਣਾ ਹੈਗਾ ਡਾਂਸਿੰਗ ਵਿੱਚ। ਬਿਕਾਜ਼ ਪਹਿਲੇ ਕੀ ਹੁੰਦਾ ਸੀਗਾ, ਸਿਰਫ ਲਾਈਫ ਵਾਸ ਲਿਮਿਟਡ ਟੂ ਰਿਐਲਿਟੀ ਸ਼ੋਜ਼, ਜਿਵੇਂ ਡਾਂਸ ਰਿਐਲਿਟੀ ਸ਼ੋਜ਼ ਹੋ ਗਏ ਐਂਡ ਬਟ ਹੁਣ ਕੀ ਹੋ ਗਿਆ ਹੈ, ਜਿਵੇਂ ਕ੍ਰਿਕਟ ਦਾ ਵਰਲਡ ਕੱਪ ਹੁੰਦਾ ਹੈ ਏਦਾਂ ਡਾਂਸ ਦਾ ਹੋਏਗਾ ਗਵਰਨਮੈਂਟ ਵੱਲੋਂ। ਤੇ ਹੁਣ ਡਾਂਸ ਨੂੰ ਕਲਾ ਦਾ ਮਾਧਿਅਮ ਤੇ ਦਿੱਤਾ ਹੀ ਗਿਆ ਹੈ, ਬਟ ਕਲਾ ਦੇ ਨਾਲ ਨਾਲ ਡਾਂਸ ਇੱਕ ਖੇਡ ਵੀ ਬਣ ਗਈ ਹੈ। ਸੋ ਯੂ ਹੈਵ ਟੂ ਓਪਰਚੁਨਿਟੀਜ਼ ਨਾਓ, ਸੋ ਡੋਂਟ ਵੇਸਟ ਯੋਰ ਟਾਈਮ, ਰਾਈਟ ਅਵੇ ਆਪਣੇ ਆਪ ਨੂੰ ਰਜਿਸਟਰ ਕਰੋ ਐਂਡ ਉਹਦਾ ਫਾਇਦਾ ਚੱਕੋ। ਐਂਡ ਮਤਲਬ ਕਿੰਨੇ ਲੋਕੀ ਬੇਰੋਜ਼ਗਾਰ ਹੋ ਗਏ ਸੀਗੇ, ਅਗਰ ਕਲਾ ਹੈਗੀ ਹੈ ਤੇ ਅੱਗੇ ਆਓ, ਪਿੱਛੇ ਨਾ ਰਹੋ। ਸਰ ਜੇ ਕੋਈ ਹਿੱਸਾ ਲੈਣਾ ਚਾਹਵੇ ਇਸ ਕੰਪੀਟੀਸ਼ਨ ਦੇ ਵਿੱਚ ਤੇ ਕਿਸ ਤਰ੍ਹਾਂ ਲੈ ਸਕਦਾ? ਦੇ ਹੈਵ ਟੂ ਉਹਨਾਂ ਨੂੰ ਸਾਡੇ ਨਾਲ, ਮੈਂ ਦੱਸਿਆ ਕਿ ਆਲ ਇੰਡੀਆ ਡਾਂਸ ਸਪੋਰਟ ਫੈਡਰੇਸ਼ਨ ਦਾ ਪੇਜ ਹੈ, ਉਹਦੇ ਨਾਲ ਕਨੈਕਟ ਕਰਨ, ਆਪਣਾ ਸਾਰਾ ਬਾਇਓਡਾਟਾ ਰੈਜ਼ਿਊਮੇ ਉੱਥੇ ਭੇਜਣ ਐਂਡ ਉਹਦੇ ਅਕੋਰਡਿੰਗਲੀ ਅਸੀਂ ਉਹਨਾਂ ਦੇ ਨਾਲ ਵਿਲ ਬੀ ਇਨ ਟੱਚ। ਇੱਕ ਬੜਾ ਅਹਿਮ ਸਵਾਲ ਹੈ ਸਰ ਜਿਹੜਾ ਮੇਰੇ ਮਨ 'ਚ ਆ ਰਿਹਾ ਹੈ ਕਿ ਬਹੁਤ ਸਾਰੇ ਡਾਂਸ ਕੰਪੀਟੀਸ਼ਨਸ ਤਾਂ ਹੁੰਦੇ ਨੇ ਔਰ ਨੈਸ਼ਨਲ ਲੈਵਲ ਤੇ ਹੋ ਰਹੇ ਨੇ, ਟੀਵੀ ਚੈਨਲਸ ਤੇ ਆਉਂਦੇ ਨੇ, ਪਰ ਕੀ ਲੱਗਦਾ ਹੈ ਤੁਹਾਨੂੰ ਕਿ ਜਿੰਨੇ ਵੀ ਹਜੇ ਤੱਕ ਦੇ ਪਾਰਟਿਸਿਪੈਂਟਸ ਨਿਕਲੇ ਹੋਏ ਆ ਉਹਨਾਂ ਦੇ ਵਿੱਚੋਂ ਵਿਨਰਸ ਨਿਕਲੇ ਹੋਏ ਨੇ, ਉਹਨਾਂ ਦਾ ਕਰੀਅਰ ਅਸੀਂ ਅੱਗੇ ਦੇਖਿਆ ਨਹੀਂ, ਬਹੁਤ ਘੱਟ ਸਟੂਡੈਂਟਸ ਨੇ ਜਿਹੜੇ, ਹਨਾ। ਸੋ ਉਹਨਾਂ ਬਾਰੇ ਕੁਝ ਤੁਸੀਂ ਦੱਸ ਸਕਦੇ ਹੋ? ਮੈਂ ਤੁਹਾਨੂੰ ਇੱਕ ਗੱਲ ਸਭ ਤੋਂ ਪਹਿਲੇ ਦੱਸਣਾ ਚਾਹਾਂਗਾ ਕਿ ਜਿਹੜਾ ਆਲ ਇੰਡੀਆ ਡਾਂਸ ਸਪੋਰਟ ਫੈਡਰੇਸ਼ਨ ਹੈ, ਇਹੀ ਜਿਹੜੀ ਸੰਸਥਾ ਹੈ, ਸਿਰਫ ਐਸੀ ਸੰਸਥਾ ਦੇ ਰਾਹੀਂ ਕੋਈ ਅਗਰ ਓਲੰਪਿਕਸ ਜਾਣਾ ਚਾਹੁੰਦਾ ਤਾਂ ਇਸ ਸੰਸਥਾ ਦੇ ਰਾਹੀਂ ਜਾ ਸਕਦਾ, ਆਪਣੀ ਸੰਸਥਾ ਬਣਾ ਕੇ ਕੋਈ ਨਹੀਂ ਜਾ ਸਕਦਾ, ਬਿਕਾਜ਼ ਇਹਨੂੰ ਹੀ ਮਾਨਤਾ ਪ੍ਰਾਪਤ ਹੈ ਓਲੰਪਿਕਸ ਤੋਂ। ਤੇ ਜਿਹੜੇ ਬੱਚਿਆਂ ਨੂੰ ਪਿੱਛੇ ਕਰਕੇ ਤੁਸੀਂ ਕਹਿੰਦੇ ਹੋ ਕਿ ਉਹਦੇ ਵਿੱਚ ਨਹੀਂ ਹਾਸਿਲ ਹੈ, ਬਿਕਾਜ਼ ਇੱਕ ਟਾਈਮ ਤੱਕ ਸੀਗਾ ਸਾਡਾ ਡਾਂਸ ਵਾਸ ਜਸਟ ਐਨ ਐਂਟਰਟੇਨਮੈਂਟ। ਹੁਣ ਐਂਟਰਟੇਨਮੈਂਟ ਨਾਲ ਮੈਂ ਇਹੀ ਤੇ ਕਹਿ ਰਿਹਾ ਕਿ ਜਿਹੜਾ ਇੰਟਰਨੈਸ਼ਨਲ ਓਲੰਪਿਕਸ ਨੇ ਇਹਨੂੰ ਖੇਡ ਬਣਾਤਾ ਹੈ, ਤੇ ਇਹ ਇੱਕ ਬਹੁਤ ਵੱਡੀ ਸਾਡੀ ਵਾਸਤੇ ਅਚੀਵਮੈਂਟ ਹੈ ਕਿ ਜਿਹੜੇ ਵੀ ਹੁਣ ਕੋਰੀਓਗ੍ਰਾਫਰਸ ਹੈ ਉਹਨਾਂ ਵਾਸਤੇ 골ਡਨ ਟਾਈਮ ਸ਼ੁਰੂ ਹੋ ਗਿਆ। ਜਿਨ੍ਹਾਂ ਨੂੰ ਪਹਿਚਾਣ ਨਹੀਂ ਮਿਲਦੀ ਸੀ ਤੇ ਹੁਣ ਅੱਜ ਉਹਨਾਂ ਨੂੰ ਪਹਿਚਾਣ ਮਿਲੇਗੀ। ਅੱਜ ਤੁਸੀਂ ਜਿੱਦਾਂ ਮੈਨੂੰ ਬੁਲਾਇਆ ਕਿ ਆਲ ਇੰਡੀਆ ਡਾਂਸ ਸਪੋਰਟ ਫੈਡਰੇਸ਼ਨ ਦੇ ਟੈਕਨੀਕਲ ਡਾਇਰੈਕਟਰ, ਤੇ ਏਦਾਂ ਜਿਵੇਂ ਹੁਣ ਸਾਡੀ ਇੰਡੀਅਨ ਟੀਮ ਦੇ ਕੈਪਟਨ ਨੇ ਕ੍ਰਿਕਟ ਦੇ, ਏਦਾਂ ਹੀ ਹੁਣ ਡਾਂਸ ਟੀਮ ਦੇ ਕੈਪਟਨ ਜਿਵੇਂ ਹੋਣਗੇ। ਸੋ ਆਟੋਮੈਟਿਕਲੀ ਜਿਹੜੀ ਪਹਿਚਾਣ ਨਹੀਂ ਮਿਲਦੀ ਸੀਗੀ ਹੁਣ ਉਹ ਪਹਿਚਾਣ
पहचान मिलनी शुरू हो जाएगी। सो मैं इस करके कह रहा रियलिटी शोज वाले मैं नहीं कहांगा कि ना जाओ, बट ਫੋਕਸ ਔਨ ਦਿਸ ਰਾਈਟ ਨਾਓ। ਇੱਕ ਇਹ ਬਹੁਤ ਵੱਡੀ ਚੀਜ਼ ਉਹਨਾਂ ਨੂੰ ਉਪਲਬਧੀ ਮਿਲਣ ਵਾਲੀ ਹੈ ਜਿਹਦਾ ਉਹ ਅੰਦਾਜ਼ਾ ਵੀ ਨਹੀਂ ਲਾ ਸਕਦੇ। ਸਰ ਇੱਕ ਮੈਂ ਸਵਾਲ ਥੋੜਾ ਜਿਹਾ ਪਿੱਛੇ ਜਾਊਂਗਾ, ਜਦੋਂ ਤੁਸੀਂ ਸਰ ਡਾਂਸ ਸਿਖਾਉਂਦੇ ਸੀ ਭੰਗੜੇ ਵਾਲੇ ਵੀ ਆਉਂਦੇ ਹੁੰਦੇ ਸੀ? ਸਾਰੇ ਆਉਂਦੇ ਸੀ ਜੀ। ਅਸੀਂ ਮੈਂ ਇਨਫੈਕਟ ਆਈ ਵਾਸ ਦ ਫਰਸਟ ਵਨ ਅਸੀਂ ਸਟਾਰਟ ਕੀਤਾ ਸੀਗਾ ਮਸਾਲਾ ਭੰਗੜਾ, ਜਿਹੜੇ ਫਿਟਨੈਸ ਵਾਸਤੇ ਸੀਗਾ। ਹਾਂ ਤੇ ਬਹੁਤ ਹਿੱਟ ਗਈਆਂ ਸਾਡੀਆਂ ਕਲਾਸਿਸ ਜੀ ਮਸਾਲਾ ਭੰਗੜਾ ਦੀ। ਐਂਡ ਇੱਕ ਕੱਲ ਇਵਨ ਇਨਫੈਕਟ ਅਜੇ ਤੇ ਬ੍ਰੇਕਿੰਗ ਆਈ ਹੈ ਇਨ ਓਲੰਪਿਕਸ। ਆਉਣ ਵਾਲੇ ਟਾਈਮ 'ਚ ਬਹੁਤ ਡਾਂਸਰਸ ਆਉਣ ਵਾਲੇ ਨੇ ਹਜੇ, ਬਿਕਾਜ਼ ਬ੍ਰੇਕਿੰਗ ਸਟਾਰਟਿੰਗ ਇਸ 'ਚ ਕੀਤੀ ਹੈ ਤੇ ਆਉਣ ਵਾਲੇ ਟਾਈਮ 'ਚ ਤੁਹਾਨੂੰ ਨਹੀਂ ਪਤਾ ਭੰਗੜਾ ਵੀ ਆ ਜਾਏ, ਕਲਾਸੀਕਲ ਵੀ ਆ ਜਾਏ, ਕਿਹੜੇ ਡਾਂਸਰਸ ਆ ਜਾਏ, ਯੂ ਨੈਵਰ ਨੋ। ਪਰ ਆਵੇ ਤਾਂ ਬਹੁਤ ਚੰਗੀ ਗੱਲ ਹੈ, ਕਿਉਂਕਿ ਡਾਂਸ ਜਾਂ ਫਿਰ ਕੋਈ ਵੀ ਕਲਾ ਹੈ ਜਿਹਨੂੰ ਇਹੀ ਸਮਝਿਆ ਜਾਂਦਾ ਹੈ ਕਿ ਤੁਸੀਂ ਐਵੇਂ ਸ਼ੌਂਕ ਵਾਸਤੇ ਕਰ ਰਹੇ ਹੋ, ਠੀਕ ਹੈ, ਸ਼ੌਂਕ ਵਾਸਤੇ ਰੱਖੋ, ਕਰੀਅਰ ਤੇ ਫੋਕਸ ਕਰੋ। ਤੁਸੀਂ ਜਿੱਦਾਂ ਸਾਡੇ ਪੰਜਾਬ ਦੀ ਗੱਲ ਲਗਾ ਲਓ ਕਿ ਪੰਜਾਬ ਦੇ ਵਿੱਚ ਮੋਸਟਲੀ ਜਿੰਨੇ ਵੀ ਸਟੂਡੈਂਟਸ ਨੇ ਉਹ ਬਾਹਰ ਦਾ ਰੁੱਖ ਕਰ ਰਹੇ ਨੇ, ਆਇਲਸ ਕਰਕੇ ਬਾਹਰ ਚਲੇ ਜਾਂਦੇ ਨੇ। ਸੋ ਇੱਥੇ ਓਪਰਚੁਨਿਟੀਜ਼ ਘੱਟ ਰਹੀਆਂ ਨੇ, ਪਰ ਜਿਵੇਂ ਕਿ ਹੁਣ ਆਹ ਬਹੁਤ ਵੱਡੀ ਗੱਲ ਹੈ ਸਾਡੀ ਇੰਡੀਆ ਵਾਸਤੇ ਐਂਡ ਪੰਜਾਬ ਵਾਸਤੇ, ਕਿਉਂਕਿ ਤੁਸੀਂ ਪੰਜਾਬ ਦੇ ਹੋ, ਜਲੰਧਰ ਦੇ ਹੋ, ਹੈ ਨਾ, ਤੇ ਇਹ ਬਹੁਤ ਮਾਣ ਵਾਲੀ ਗੱਲ ਹੈ। ਸੋ ਇਹਨਾਂ ਨੂੰ ਉੱਥੇ ਮੁਕਾਮ ਮਿਲ ਰਿਹਾ ਹੈ, ਆਪਣੇ ਆਪ 'ਚ ਹੀ ਇੱਕ ਬਹੁਤ ਖੂਬਸੂਰਤ ਗੱਲ ਹੈ। ਸੋ ਅੱਗੇ ਜਾ ਕੇ ਹੁਣ ਅਸੀਂ ਆਸ ਕਰਦੇ ਹਾਂ ਕਿ ਡਾਂਸ ਦੇ ਵਿੱਚ ਵੀ ਜਿਹੜੀਆਂ ਬਾਕੀ ਫਾਰਮਸ ਨੇ, ਜਿਹੜੇ ਹੋਰ ਸਟੂਡੈਂਟਸ ਨੇ ਪਰਫਾਰਮ ਕਰਦੇ ਨੇ, ਉਹਨਾਂ ਨੂੰ ਵੀ ਮੌਕਾ ਜ਼ਰੂਰ ਮਿਲੇ। ਤੇ ਗਗਨ ਜੀ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ, ਤੁਸੀਂ ਅੱਜ ਸਾਡੇ ਸਟੂਡੀਓ ਦੇ ਵਿੱਚ ਆਏ ਹੋ। ਪਰ ਜਾਂਦੇ ਜਾਂਦੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੋਈ ਮੈਸੇਜ ਦੇ ਕੇ ਜਾ ਸਕਦੇ ਹੋ ਜੀ? ਸਭ ਤੋਂ ਪਹਿਲੇ ਤਾਂ ਜੀ ਮੈਂ ਪੰਜਾਬੀ ਨੈਸ਼ਨਲ ਚੈਨਲ ਦਾ ਬਹੁਤ ਤਹਿ ਦਿਲੋਂ ਸ਼ੁਕਰੀਆ ਅਦਾ ਕਰਨਾ ਚਾਹਾਂਗਾ, ਐਂਡ ਪੂਜਾ ਜੀ ਦਾ ਤੇ ਦਵਿੰਦਰ ਜੀ ਦਾ, ਜਿਨ੍ਹਾਂ ਨੇ ਮੇਰੇ ਤੋਂ ਇੰਨੇ ਖੂਬਸੂਰਤ ਸਵਾਲ ਪੁੱਛੇ ਨੇ ਅੱਜ। ਐਂਡ ਸਭ ਤੋਂ ਪਹਿਲਾ ਮੈਸੇਜ ਮੈਂ ਇਹ ਦੇਣਾ ਚਾਹਾਂਗਾ ਕਿ ਇਹ ਜ਼ਿੰਦਗੀ ਬਹੁਤ ਸੋਹਣੀ ਹੈ, ਇਹ ਜ਼ਿੰਦਗੀ ਨੂੰ ਇੱਦਾਂ ਹੀ ਨਾ ਲਗਾਉਂਦੇ ਜਾਓ। ਅਸੀਂ ਬਹੁਤ ਵਾਰੀ ਬੜੀ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰਨੇ ਆ ਕਿ ਲਾਈਫ ਵਿੱਚ ਅਸੀਂ ਅੱਜ ਡਾਂਸ ਸਿੱਖ ਲੈਂਦੇ ਹਾਂ, ਕੱਲ੍ਹ ਤੋਂ ਕਿਸੇ ਨਾਲ ਪਿਆਰ ਨਾਲ ਗੱਲ ਕਰਾਂਗੇ, ਅੱਜ ਤੁਹਾਨੂੰ ਮਾਫ਼ ਕਰ ਦੇਵਾਂਗੇ। ਤਾਂ ਸਭ ਤੋਂ ਪਹਿਲੇ ਮੈਂ ਕਹਾਂਗਾ ਜਿਹਦੇ ਨਾਲ ਲੜੇ ਹੋਏ ਹੋ ਉਹਨੂੰ ਮਨਾ ਲਓ, ਜਿਹਦੇ ਨਾਲ ਗਿਲੇ ਸ਼ਿਕਵੇ ਨੇ ਉਹਨੂੰ ਅੱਜ ਸੋਲਵ ਕਰ ਲਓ। ਐਂਡ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕੋਈ ਵੀ ਐਫਰਟ ਕਰਨਾ ਚਾਹੁੰਦੇ ਹੋ, ਡਾਂਸ ਕਰਨਾ ਚਾਹੁੰਦੇ ਹੋ, ਸਿੰਗਿੰਗ ਕਰਨਾ ਚਾਹੁੰਦੇ ਹੋ, ਅੱਜ ਹੀ ਕਰੋ। ਲਾਈਫ ਇਜ਼ ਸਮਾਲ, ਡੋਂਟ ਵੇਸਟ ਟਾਈਮ। ਰੱਬ ਤੁਹਾਨੂੰ ਸਭ ਕੁਝ ਦੇਣ ਨੂੰ ਤਿਆਰ ਹੈ, ਬਟ ਸਿਰਫ ਜ਼ਰੂਰਤ ਹੈ ਕਿ ਤੁਸੀਂ ਕਰਨ ਨੂੰ ਤਿਆਰ ਹੋ। ਸਭ ਤੋਂ ਪਹਿਲੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਬੜਾ ਸੋਹਣਾ ਲਿਖਿਆ ਹੋਇਆ ਹੈ, ਜੋ ਮੰਗੇ ਠਾਕੁਰ ਆਪਣੇ ਸੇ ਸੋਈ ਸੋਈ ਦੇਵੇ। ਐਂਡ ਬਾਬਾ ਜੀ ਤੇ ਦੇਣ ਨੂੰ ਤਿਆਰ ਨੇ, ਪਰ ਕਿ ਤੁਸੀਂ ਲੈਣ ਨੂੰ ਤਿਆਰ ਹੋ। ਸੋ ਪਲੀਜ਼ ਇਹਦੇ ਉੱਤੇ ਅਮਲ ਕਰਨਾ। ਐਂਡ ਬਾਬਾ ਜੀ ਦੀ ਇੰਨੀ ਸੋਹਣੀਆਂ ਪੰਕਤੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਲਿਖੀਆਂ ਗਈਆਂ ਨੇ, ਐਂਡ ਮੇਰਾ ਪੂਰਾ ਵਿਸ਼ਵਾਸ ਹੈ ਅਸੀਂ ਇਹਦੇ ਉੱਤੇ ਅਮਲ ਕਰਾਂਗੇ ਐਂਡ ਵਾਕਈ ਆਪਣੀ ਜ਼ਿੰਦਗੀ 'ਚ ਜੋ ਚਾਹੁੰਦੇ ਹਾਂ ਉਹੀ ਪਾਵਾਂਗੇ। ਸੋ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਬਹੁਤ ਬਹੁਤ ਧੰਨਵਾਦ ਜੀ, ਤੇ ਬਹੁਤ ਖੂਬਸੂਰਤ ਮੈਸੇਜ ਤੁਸੀਂ ਦਿੱਤਾ ਹੈ। ਤੇ ਹੁਣ ਸਮਾਂ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ, ਗੱਲਾਂ ਤਾਂ ਬਹੁਤ ਸਾਰੀਆਂ ਸੀ ਹੋਰ, ਪਰ ਜ਼ਰੂਰ ਆਸ ਕਰਦੇ ਹਾਂ ਕਿ ਅਗਲੀ ਵਾਰ ਫਿਰ ਮੁਲਾਕਾਤ ਹੋਵੇਗੀ ਤੁਹਾਡੇ ਨਾਲ। ਤੇ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ ਇਸੇ ਦੇ ਨਾਲ ਹੀ ਇਹ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਅਗਲੀ ਵਾਰ ਨਵੇਂ ਐਪੀਸੋਡ ਦੇ ਵਿੱਚ ਨਵੇਂ ਚਿਹਰੇ ਦੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਦੇ ਲਈ ਮੈਨੂੰ ਯਾਨੀ ਕਿ ਪੂਜਾ ਸੰਧੂ ਤੇ ਦਵਿੰਦਰ ਮਾਨ ਜੀ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ।